देश विदेश ਵਿੱਚ ਬੈਠੀਆਂ प्रोग्राम एक नूर ਦੇ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ। ਆਪ ਸਭ ਸੰਗਤਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਉਣ ਦੇ ਹਿੱਤ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇਕੱਤਰ ਹੋਏ ਹਾਂ। ਸੋ ਸਭ ਤੋਂ ਪਹਿਲਾਂ ਤਾਂ ਇਸ ਪਵਿੱਤਰ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਇਤਿਹਾਸ ਦੇ ਨਾਲ ਜੁੜਨਾ ਕਰਨ ਜਾ ਰਹੇ ਹਾਂ ਜੀ। ਸਾਡੇ ਨਾਲ ਇਸ ਵਕਤ ਖਡੂਰ ਸਾਹਿਬ ਤੋਂ ਜੋ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਦੇ ਹਜ਼ੂਰੀ ਕਥਾਵਾਚਕ ਗਿਆਨੀ ਮਹਿਤਾਬ ਸਿੰਘ ਜੀ ਜੁੜ ਚੁੱਕੇ ਨੇ ਤੇ ਉਹਨਾਂ ਦੇ ਪਾਸੋਂ ਅਸੀਂ ਅੱਜ ਗੁਰ ਇਤਿਹਾਸ ਸਰਵਣ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਗਿਆਨੀ ਜੀ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗਿਆਨੀ ਜੀ ਬੜਾ ਪਵਿੱਤਰ ਦਿਹਾੜਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦਾ। ਸੋ ਅਸੀਂ ਚਾਹਾਂਗੇ ਕਿ ਉਹਨਾਂ ਦੇ ਜੀਵਨ ਇਤਿਹਾਸ ਦੀ ਜਾਣਕਾਰੀ ਆਪ ਜੀ ਸਾਡੇ ਨਾਲ ਇੱਥੇ ਸਾਂਝੀ ਕਰੋ ਜੀ। ਸਭ ਤੋਂ ਪਹਿਲਾਂ ਸਮੁੱਚੀ ਦੇਸ਼ ਵਿਦੇਸ਼ ਦੀ ਸੰਗਤ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਭਾਈ ਗੁਰਪ੍ਰੀਤ ਸਿੰਘ ਜੀ ਆਪ ਜੀ ਨੇ ਆਪਣੇ ਚੈਨਲ ਨੂੰ ਇੱਕ ਨੂਰ ਬਖਸ਼ਿਸ਼ ਕਰਕੇ ਸੋ ਜੋ ਮਾਣ ਬਖਸ਼ਿਸ਼ ਕੀਤਾ ਆਪ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕੀਰਤੀ ਦੇ ਅੰਦਰ ਭੱਟ ਸਾਹਿਬਾਨ ਜੀ ਨੇ ਬੜੇ ਪਿਆਰੇ ਬਚਨ ਉਚਾਰਨ ਕੀਤੇ। ਆਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਜੋ ਨਾਮ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਐਸੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਕਾਰਯੋਗ ਬਾਬਾ ਫੇਰੂਮਲ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੀ ਪਵਿੱਤਰ ਕੁੱਖ ਤੋਂ 1504 ਈਸਵੀ ਦੇ ਅੰਦਰ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਜੋ ਅੱਜ ਕੱਲ ਫਰੀਦਕੋਟ ਵੀ ਬਣ ਚੁੱਕਿਆ ਹੈ, ਇਸ ਨਗਰ ਦੇ ਅੰਦਰ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਇਆ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਪ੍ਰਕਾਸ਼ ਤੇ ਘਰ ਦੇ ਅੰਦਰ ਸਿੱਖ ਸੰਗਤਾਂ ਦੇ ਅੰਦਰ ਵਧਾਈਆਂ ਵੱਜੀਆਂ ਤੇ ਪਰਿਵਾਰ ਨੇ ਇਸ ਹੋਣਹਾਰ ਬਾਲਕ ਦਾ ਨਾਮ ਰੱਖਿਆ ਲਹਿਣਾ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਪਿਤਾ ਸਤਿਕਾਰਯੋਗ ਬਾਬਾ ਫੇਰੂਮਲ ਜੀ ਜੋ ਕਿਤੇ ਵਜੋਂ ਵਪਾਰ ਦਾ ਕੰਮ ਕਰਦੇ, ਦੁਕਾਨਦਾਰੀ ਦਾ ਕੰਮ ਕਰਦੇ ਸਨ, ਨਾਲ ਦੇਵੀ ਦੇ ਭਗਤ ਸਨ, ਬਹੁਤ ਸ਼ੁਭ ਕਰਮ ਕਰਨ ਵਾਲੇ, ਸਨਾਤਨ ਮਤ ਦੇ ਅਨੁਸਾਰ ਕਰਮ ਧਰਮ ਕਮਾਉਂਦੇ ਸਨ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਨੇਤ ਸਮਾਂ ਜਿਵੇਂ ਆਪਣੀ ਚਾਲ ਦੇ ਨਾਲ ਚੱਲਦਾ ਹੈ, ਸਮਾਂ ਪਾ ਕੇ ਮੱਤੇ ਦੀ ਸਰਾਂ ਦਾ ਜਦੋਂ ਉਜਾੜਾ ਹੋਇਆ ਉਸ ਸਮੇਂ ਮੱਤੇ ਦੀ ਸਰਾਂ ਨੂੰ ਛੱਡ ਕੇ ਹਰੀ ਕੇ ਪੱਤਣ ਤੇ ਹਰੀ ਕੇ ਪੱਤਣ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਆਏ। ਇੱਥੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਭੂਆ ਜੀ ਜਿਨ੍ਹਾਂ ਦਾ ਨਾਮ ਮਾਈ ਭਰਾਈ ਜੀ ਕਰਕੇ ਪ੍ਰਸਿੱਧ ਹੈ, ਉਹ ਬਾਬਾ ਫੇਰੂਮਲ ਜੀ ਦੇ ਧਰਮ ਦੇ ਭੈਣ ਸਨ ਬਣੇ ਹੋਏ। ਧੰਨ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਮਾਤਾ ਭਰਾਈ ਜੀ ਔਰ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਆਪਣੀ ਪਹਿਲੀ ਉਦਾਸੀ ਦੇ ਮੱਤੇ ਵਿੱਚ ਵੀ ਚਰਨ ਪਾਏ ਔਰ ਸਤਿਕਾਰਯੋਗ ਬਾਬਾ ਫੇਰੂਮਲ ਜੀ ਉਹਨਾਂ ਨੇ ਤਿੰਨਾਂ ਦੇ ਦਰਸ਼ਨ ਵੀ ਕੀਤੇ। ਪਰ ਉਸ ਸਮੇਂ ਅਜੇ ਸਨਾਤਨ ਮਤ ਦੇ ਵਿੱਚ ਜਿਹੜਾ ਸੀ ਉਹ ਜੀਵਨ ਪ੍ਰਵਿਰਤ ਸੀ, ਜਿਸ ਕਰਕੇ ਅਜੇ ਕੁਝ ਸਮਾਂ ਪੈਣਾ ਸੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਨੇਤ ਐਸੀ ਕਿਰਪਾ ਦ੍ਰਿਸ਼ਟੀ ਪਈ ਉਹਨਾਂ ਦੇ ਘਰ ਦੇ ਇਲਾਹੀ ਨੂਰ, ਕੁਦਰਤੀ ਨੂਰ
ਭਾਈ ਲਹਿਣਾ ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ 1504 ਦੇ ਵਿੱਚ ਪ੍ਰਗਟ ਹੋਏ ਜੀ। ਤੇ ਉਦਾਸੀ ਪਹਿਲੀ ਦੇ ਵੇਲੇ ਜਦੋਂ ਮੱਤੇ ਦੀ ਸਰਾਂ ਤੋਂ ਹੋ ਕੇ ਆਏ ਨੇ, ਉਸ ਤੋਂ ਬਾਅਦ ਖਡੂਰ ਸਾਹਿਬ ਦੀ ਧਰਤੀ ਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਆਏ। 1504 ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ 1504 ਦੇ ਵਿੱਚ ਹੀ ਮਾਈ ਭਰਾਈ ਜੀ ਦਾ ਵਿਆਹ ਕਾਰਜ ਜਿਹੜਾ ਇਸ ਧਰਤੀ ਖਡੂਰ ਸਾਹਿਬ ਦੀ ਤੇ ਹੁੰਦਾ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਐਸੇ ਪ੍ਰਭਾਵਿਤ ਹੁੰਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਭਵਰੇ ਬਣ ਜਾਂਦੇ ਜੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਤਨ ਕਰਕੇ ਮਨ ਕਰਕੇ ਧਨ ਕਰਕੇ ਕਮਾਈ, ਗੁਰੂ ਕੀ ਅੰਮ੍ਰਿਤਮਈ ਪਾਵਨ ਬਾਣੀ ਦੇ ਬਚਨ ਸੁਣਦੇ ਰਹੇ ਜੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇੱਥੋਂ ਜਾਣ ਲੱਗੇ ਨੇ ਤੇ ਮਾਈ ਭਰਾਈ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਆਪ ਚਲੇ ਚੱਲੇ ਹੋ, ਸਾਡਾ ਤੇ ਚਿੱਤ ਕਰਦਾ ਆਪ ਸਦਾ ਹੀ ਸਾਡੇ ਪਾਸ ਇੱਥੇ ਰਹੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਤਾਂ ਮੈਂ ਜਾਣਾ ਪੈਣਾ ਪਰ ਤੇਰੇ ਨਾਲ ਅਸੀਂ ਬਚਨ ਕਰਦੇ ਹਾਂ ਵੀ ਅਸੀਂ ਬਹੁਤਾ ਸਮਾਂ ਦੂਰ ਨਹੀਂ, ਬਹੁਤ ਜਲਦੀ ਤੇਰੇ ਪਾਸ ਆਵਾਂਗੇ ਤੇ ਲੰਮਾ ਸਮਾਂ ਤੇਰੇ ਕੋਲ ਆ ਕਰਕੇ ਬੈਠਾਂਗੇ। ਇਹ ਸਾਡੀ ਮੰਜੀ ਆ, ਅਸੀਂ ਇਸੇ ਮੰਜੀ ਤੇ ਆ ਕੇ ਬੈਠਾਂਗੇ। ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਦੀ ਲਗਨ ਜੀ ਨੂੰ ਲੱਗੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨੇ ਜਦੋਂ ਖਡੂਰ ਸਾਹਿਬ ਪਰਿਵਾਰ ਆਇਆ, ਬਾਬਾ ਫੇਰੂਮਲ ਜੀ ਦਾ ਇੱਥੇ ਰਹਿੰਦਿਆਂ ਹੋਇਆਂ ਵਪਾਰ ਵਧੀਆ ਚੱਲਿਆ ਤੇ ਵਪਾਰ ਦੇ ਚਲਦਿਆਂ ਮਾਲਕ ਦੀ ਨੇਤ ਅਨੁਸਾਰ ਬਾਬਾ ਫੇਰੂਮਲ ਜੀ ਆਪਣੇ ਪੁੱਤਰ ਦਾ ਵਿਆਹ ਕਾਰਜ ਕਰਕੇ ਖਡੂਰ ਸਾਹਿਬ ਦੀ ਧਰਤੀ ਦੇ ਨੇੜੇ ਸੰਗਰਕੋਟ ਵਿਖੇ ਜਿਹੜੀ ਭਰਾਈ ਜੀ ਨੇ ਆਪ ਵਿੱਚ ਪੈ ਕਰਕੇ ਵਿਚੋਲੇ ਰੂਪ ਦੇ ਵਿੱਚ ਹੋ ਕਰਕੇ ਸਤਿਕਾਰਯੋਗ ਮਾਤਾ ਖੀਵੀ ਜੀ ਦੇ ਨਾਲ ਵਿਆਹ ਕਾਰਜ ਹੋਇਆ। ਅਜੇ ਕੋਈ ਬਹੁਤਾ ਸਮਾਂ ਨਹੀਂ ਪਿਆ, ਬਾਬਾ ਫੇਰੂਮਲ ਜੀ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਤੋਂ ਬਾਅਦ ਜਿੱਥੇ ਘਰ ਦੀ ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਦੇ ਸਿਰ ਤੇ ਆ ਪਈ, ਉੱਥੇ ਨਾਲ ਦੇਵੀ ਦੇ ਸੰਗ ਦੇ ਆਗੂ ਬਣੇ ਆਪਣੇ ਪਿਤਾ ਜੀ ਦੀ ਤਰ੍ਹਾਂ। ਜਵਾਲਾ ਦੇਵੀ ਦੇ ਹਰ ਸਾਲ ਸੰਗ ਨੂੰ ਨਾਲ ਲੈ ਕਰਕੇ ਜਾਂਦੇ ਹੁੰਦੇ ਸਨ। ਮਾਤਾ ਦੀਆਂ ਭੇਟਾਂ ਗਾਉਣੀਆਂ, ਕਦੀ ਐਸਾ ਰੰਗ ਦੇ ਵਿੱਚ ਉਹਨਾਂ ਨੇ ਉਤਰਨਾ, ਲਾਲ ਬਸਤਰ ਗਲ ਦੇ ਵਿੱਚ ਪਾ ਲੈਣੇ, ਚੋਲਾ ਲਾਲ ਪਾ ਲੈਣਾ, ਪੈਰਾਂ ਦੇ ਨਾਲ ਘੁੰਗਰੂ ਬੰਨ ਲੈਣੇ ਤੇ ਇੱਕ ਇਲਾਹੀ ਜਿਹੜਾ ਹੈ ਰੰਗ ਹੈ ਜਿਹਦੇ ਵਿੱਚ ਵੀ ਜੀਵ ਰੰਗਿਆ ਜਾਂਦਾ, ਉਸ ਰੰਗ ਵਿੱਚ ਰੰਗ ਕੇ ਮਾਤਾ ਦੀਆਂ ਭੇਟਾਂ ਗਾਉਣੀ, ਸੰਗ ਨੂੰ ਨਾਲ ਲੈ ਕਰਕੇ ਜਾਣਾ, ਉੱਥੇ ਜਾ ਕਰਕੇ ਨਿਸ਼ਾਨ ਚਲਾਉਣਾ, ਝੰਡਾ ਚੜਾ ਕੇ ਆਉਣਾ। ਜਿਵੇਂ ਸਨਾਤਨ ਮਤ ਦਾ ਕਰਮ ਹੈ, ਨਾਲੀਅਲ ਭੇਟਾਂ ਕਰਨਾ, ਤਿਲਕ ਭੇਟਾਂ ਉੱਥੇ ਕਰਨੀਆਂ ਤੇ ਮਾਤਾ ਦੀਆਂ ਭੇਟਾਵਾਂ ਗਾਉਂਦੇ ਆਉਣਾ। ਮਤਲਬ ਆਰੰਭ ਤੋਂ ਹੀ ਆਪਾਂ ਦੇਖੀਏ ਗਿਆਨੀ ਜੀ ਤੇ ਧਰਮ ਦੀ ਲਗਨ ਸੀ, ਬਹੁਤ ਭਾਰੀ ਲਗਨ, ਪਰ ਜੋ ਅੰਦਰ ਸਕੂਨ ਚਾਹੀਦਾ, ਜੋ ਅੰਦਰ ਅਸਲ ਬਖਸ਼ਿਸ਼ ਚਾਹੀਦੀ ਆ, ਇਸ ਧਰਮ ਦੇ ਕਰਦਿਆਂ ਹੋਇਆਂ ਜੇ ਉਹ ਪ੍ਰਾਪਤ ਨਹੀਂ ਹੋ ਰਹੀ ਜੀ। ਵੀ ਮੈਂ ਦਾਨ ਪੁੰਨ ਵੀ ਕਰਦਾ, ਮੈਂ ਯਾਤਰਾ ਵੀ ਜਾਂਦਾ, ਮੈਂ ਹੋਰ ਕਰਮ ਧਰਮ ਵੀ ਕਮਾਉਣਾ, ਪਰ ਅਜੇ ਅੰਦਰ ਦਾ ਟਿਕਾ ਨਹੀਂ ਪ੍ਰਾਪਤ ਹੋ ਰਿਹਾ। ਤੇ ਉਹ ਅੰਦਰ ਦੇ ਟਿਕਾ ਵਾਸਤੇ ਜੇ ਕੋਈ ਸਾਧੂ ਸੰਤ ਮਹਾਤਮਾ, ਕੋਈ ਪੀਰ ਫਕੀਰ ਪਤਾ ਲੱਗਣਾ ਵੀ ਇੱਥੇ ਨਗਰ ਵਿੱਚ ਆਉਂਦੇ ਆ ਤੇ ਉਹਨਾਂ ਦੀ ਸੰਗਤ ਕਰਨੀ। ਸੁਣਦੇ ਹੁੰਦੇ ਸਨ ਕਦੀ ਨਾਥਾਂ ਕੋਲੋਂ, ਕਦੀਆਂ ਜੋਗੀਆਂ ਕੋਲੋਂ ਵੀ ਇੱਕ ਇਹ ਸਮੇਂ ਦੇ ਵਿੱਚ ਜੇ ਕੋਈ ਅੱਲਾ ਦਾ ਨੂਰ ਹੈ ਜੀ, ਰੱਬ ਦਾ ਪ੍ਰਮਾਤਮਾ ਦਾ ਸਰੂਪ ਹੈ, ਰੱਬ ਦੀ ਹੋਣ ਦੇ ਨਾਲ ਇੱਕ ਜੋਤ ਕਰਨ ਵਾਲਾ ਹੈ ਤੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਾਨਕ ਤਪਾ ਜੀ। ਅੰਦਰ ਤਾਂਘ ਸੀ ਉਹਨਾਂ ਨੂੰ ਮਿਲਣ ਦੀ, ਪਰ ਅਜੇ ਸਮਾਂ ਨਾ ਬਣਿਆ ਜੀ ਵੀ ਕਦੋਂ ਮਿਲ ਸਕਣ। ਫਿਰ ਘਰ ਦੇ ਕੰਮ ਦੇ ਵਿੱਚ ਰੁੱਝ ਜਾਣਾ। ਐਸਾ ਮਾਲਕ ਨੇ ਲਿਆਂਦਾ ਭਾਈ ਜੋਧ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖ, ਇਸੇ ਖਡੂਰ ਸਾਹਿਬ ਦੀ ਧਰਤੀ ਦੇ ਰਹਿਣ ਵਾਲੇ ਭਾਈ ਜੋਧ ਜੀ। ਭਾਈ ਜੋਧ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ। ਭਾਈ ਫਿਰਨਾ ਤੇ ਇਹ ਖਹਿਰੇ ਗੋਤ ਦੇ ਜੱਟ ਸਨ। ਇਹ ਖਡੂਰ ਸਾਹਿਬ ਦੀ ਧਰਤੀ ਦੇ ਰਹਿਣ ਵਾਲੇ, ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਹੋਈ। ਅੰਮ੍ਰਿਤ ਵੇਲੇ ਦਾ ਸਮਾਂ ਭਾਈ ਜੋਧ ਜੀ ਆਪਣੇ ਖੂਹ ਦੇ ਉੱਪਰ ਖੇਤਾਂ ਦੇ ਵਿੱਚ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਪੜ ਰਹੇ ਨੇ, ਚੌਂਕੜਾ ਮਾਰ ਕੇ। ਆਉਂਦੇ ਜਾਂਦੇ ਰਾਹਗੀਰ ਜਿਹੜੇ ਨੇ ਪਾਸ ਬੈਠ ਕੇ ਚੌਂਕੜਾ ਮਾਰ ਕੇ ਸੁਣਦੇ।
ਭਾਈ ਲਹਿਣਾ ਜੀ ਸਦੀਆਂ ਕਰਦਿਆਂ ਆਏ ਨੇ ਜੀ। ਅੰਮ੍ਰਿਤਮਈ ਪਾਵਨ ਬਾਣੀ ਦੇ ਬੋਲ ਕੰਨੀ ਪਏ ਨੇ ਤੇ ਇੱਕਦਮ ਕਦਮ ਰੁਕ ਗਿਆ। ਬੜੇ ਇਲਾਹੀ ਬੋਲ, ਬੜੇ ਧੁਰ ਦਰਗਾਹੀ ਬੋਲ, ਕਦਮ ਅੱਗੇ ਚੱਲੇ ਨਾ, ਉੱਥੇ ਰੁਕ ਗਏ ਜੀ। ਇਤਿਹਾਸ ਦੇ ਪੰਨੇ ਕਹਿੰਦੇ ਵੀ ਭਾਈ ਜੋਧ ਜੀ ਉਸ ਸਮੇਂ ਆਸਾ ਕੀ ਵਾਰ ਦੀ 21 ਨੰਬਰ ਪੌੜੀ ਪੜ ਰਹੇ ਸਨ ਜੀ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਭਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਹੈ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਬਿਹਾ ਪਾਸਾ ਢਾਲੀਐ, ਕਿਛ ਲਾਹੇ ਘਾਲੀਐ। ਇਹ ਅੰਮ੍ਰਿਤਮਈ ਪਾਵਨ ਬਾਣੀ ਨੂੰ ਸੁਣ ਕੇ ਅਰਥ ਭਾਵਾਂ ਦੀ ਕੋਈ ਬਹੁਤੀ ਕਠਿਨਾਈ ਨਹੀਂ ਆਈ ਸਮਝਣ ਵਾਸਤੇ ਜੀ। ਤੇ ਠੇਠ ਪੰਜਾਬੀ ਬੋਲੀ ਵਿੱਚ ਬਚਨ, ਦੂਜਾ ਅੰਮ੍ਰਿਤ ਵੇਲਾ ਪਹੁ ਪੁਟਾਲੇ ਦਾ ਸਮਾਂ, ਤੇ ਤੀਜਾ ਫਿਰ ਇਲਾਹੀ ਬਾਣੀ ਦੇ ਬੋਲ ਸੁਣ ਕੇ ਜਦੋਂ ਧਿਆਨ ਵਿੱਚ ਲੱਗ ਜਾਏ ਤੇ ਫਿਰ ਅਰਥਾਂ ਭਾਵਾਂ ਦੀ ਜਿਹੜੀ ਸੂਝ ਆਪਣੇ ਆਪ ਮਾਲਕ ਦੇ ਹੀ ਜਾਂਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਰੇ ਬੋਲ ਸੁਣਦੇ ਰਹੇ। ਭਾਈ ਜੋਧ ਜੀ ਨੇ ਜਦੋਂ ਆਸਾ ਕੀ ਵਾਰ ਦੀ ਸਮਾਪਤੀ ਕੀਤੀ, ਤਾਰ ਦਾ ਸ਼ੁਕਰਾਨਾ ਕੀਤਾ ਤੇ ਭਾਈ ਜੋਧ ਜੀ ਦੇ ਅੱਗੇ ਹੱਥ ਜੋੜ ਕੇ ਪੁੱਛਦੇ ਨੇ, ਕਹਿੰਦੇ ਭਾਈ ਜੋਧਿਆ ਇਹ ਬੋਲ ਕਿਹਦੇ ਨੇ, ਇਹ ਬਾਣੀ ਕਿਹਦੀ ਆ? ਮੈਨੂੰ ਇਉਂ ਲੱਗ ਰਿਹਾ ਸੀ ਜਿਵੇਂ ਤੂੰ ਰੱਬ ਦੀਆਂ ਗੱਲਾਂ ਕਰ ਰਿਹਾ ਹੋ, ਮੈਨੂੰ ਰੱਬ ਦੇ ਬੋਲ ਸੁਣਾਈ ਦਿੱਤੇ। ਤੇ ਭਾਈ ਜੋਧ ਜੀ ਕਹਿੰਦੇ ਇਹ ਬਾਣੀ ਮੇਰੇ ਨਾਨਕ ਨਿਕਾਰ ਦੀ ਬਾਣੀ, ਇਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ। ਨਾਮ ਤੇ ਅੱਗੇ ਵੀ ਸਾਹਿਬ ਦਾ ਸੁਣਿਆ ਸੀ, ਪਰ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੁਣ ਕੇ ਮਨ ਗਦਗਦ ਹੋਇਆ। ਭਾਈ ਜੋਧ ਜੀ ਦੇ ਕੋਲੋਂ ਵਡਿਆਈ ਸੁਣੀ, ਮਨ ਗਦਗਦ ਹੋਇਆ ਤੇ ਹੱਥ ਜੋੜ ਕੇ ਪੁੱਛਦੇ ਨੇ, ਭਾਈ ਜੋਧ ਗੁਰੂ ਨਾਨਕ ਕਿੱਥੇ ਮਿਲੇ? ਐਸੇ ਸਤਿਗੁਰੂ ਨੂੰ ਮੈਂ ਮਿਲ ਸਕਦਾ? ਭਾਈ ਜੋਧ ਜੀ ਕਹਿਣ ਲੱਗੇ, ਉਹ ਨਵੇਂ ਵਸਿਆ ਹੋਇਆ ਨਗਰ ਕਰਤਾਰਪੁਰ ਸਾਹਿਬ ਹੈ, ਉਸ ਨਗਰ ਦੇ ਵਿੱਚ ਮੇਰੇ ਨਾਨਕ ਨਿਰੰਕਾਰ ਜੀ ਰਹਿੰਦੇ। ਭਾਈ ਜੋਧ ਉਹਨਾਂ ਨੂੰ ਮਿਲਣ ਦਾ ਕੋਈ ਤਰੀਕਾ, ਕੋਈ ਢੰਗ ਉਹਨਾਂ ਕੋਲ ਕਿਵੇਂ ਜਾ ਸਕਦੇ ਆ, ਕਿਵੇਂ ਜਾਈਏ ਉਹਨਾਂ ਕੋਲ? ਕਹਿਣ ਲੱਗੇ ਉਹਨਾਂ ਕੋਲ ਕੋਈ ਵੀ ਜਾ ਸਕਦਾ, ਕਿਸੇ ਨੂੰ ਰੋਕ ਟੋਕ ਨਹੀਂ, ਬਸ ਜੇ ਬਖਸ਼ਿਸ਼ਾਂ ਲੈਣੀਆਂ ਰਹਿਮਤਾਂ ਲੈਣੀਆਂ ਨੇ ਤੇ ਭਾਈ ਲੈਣਿਆ ਨਿਮਰਤਾ ਭਾਵ ਦੇ ਨਾਲ ਜਾ ਕੇ ਗੁਰੂ ਦੇ ਚਰਨੀ ਢਹਿ ਪਾਓ, ਰਹਿਮ ਨਾਲ ਭਰ ਜਾਂਦੀ। ਵਾਹ, ਮੇਰਾ ਦਾ ਸਾਈਂ ਹੈ, ਮੇਰਾ ਦਾ ਸਮੁੰਦਰ ਹੈ, ਉੱਥੋਂ ਜਿੰਨੀਆਂ ਮਰਜ਼ੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਭਾਈ ਜੋਧ ਜੀ ਦੇ ਕੋਲੋਂ ਭਾਈ ਲਹਿਣਾ ਜੀ ਉਸੇ ਵੇਲੇ ਹੀ ਤਾਂਘ ਬਣ ਗਈ ਵੀ ਹੁਣ ਨਹੀਂ ਰੁਕਣਾ, ਹੁਣ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਨਕ ਤਪੇ ਦੇ ਦਰਸ਼ਨ ਕਰ। ਮਨ ਵਿੱਚ ਵਿਚਾਰ ਆਏ ਕਿ ਜਦੋਂ ਸੰਗ ਨੂੰ ਮੈਂ ਲੈ ਕੇ ਜਾਣਾ ਤੇ ਉਸੇ ਰਸਤੇ ਆ, ਤੇ ਕਿਉਂ ਨਾ ਹੋਵੇ ਇਸ ਵਾਰੀ ਯਾਤਰਾ ਵੀ ਕਰੀਏ। ਯਾਤਰਾ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਵੀ ਜੀ। ਸੰਗ ਦੇ ਨਾਲ ਸਲਾਹ ਕੀਤੀ, ਸਾਰੇ ਸੰਗੀਆਂ ਨੇ ਇੱਕ ਜ਼ਬਾਨ ਹੋ ਕੇ ਕਹਿਣ ਲੱਗੇ, ਲੈਣਾ ਜੀ ਜਥੇਦਾਰ ਜੀ, ਜੇਕਰ ਯਾਤਰਾ ਜਾਂਦਿਆਂ ਹੋਇਆਂ ਕੋਈ ਰੱਬ ਰੂਪ, ਕੋਈ ਭਗਤ, ਕੋਈ ਆਪੇ ਦੇ, ਕੋਈ ਗੁਰੂ ਦੇ ਦੀਦਾਰ ਹੋਣ, ਇਸ ਤੋਂ ਵੱਡਾ ਹੋਰ ਕੰਮ ਕੀ ਹੋ ਸਕਦਾ? ਅਸਲ ਦੇ ਵਿੱਚ ਪਿਆਰਿਓ ਯਾਤਰਾ ਹੀ, ਯਾਤਰਾ ਜਾਂਦਿਆਂ ਹੋਇਆਂ ਗੁਰੂ ਜਪਦੇ ਜਾਈਏ, ਧਾਮ ਦੀ ਯਾਤਰਾ ਕਰਦੇ ਆ, ਤੀਰਥ ਸਥਾਨ ਦੀ ਯਾਤਰਾ ਕਰਦੇ ਆ, ਗੁਰੂ ਜਪਦਿਆਂ ਹੋਇਆਂ ਜਾਈਏ, ਵਾਹਿਗੁਰੂ ਕਰਦਿਆਂ ਹੋਇਆਂ ਜਾਈਏ ਤੇ ਨਮਸਤਕ ਹੋ ਕੇ ਉੱਥੇ ਕੀ ਸਾਨੂੰ ਗੁਰੂ ਨੇ ਸਿਧਾਂਤ ਦਿੱਤਾ ਉਹ ਲੈ ਕੇ ਫਿਰ ਗੁਰੂ ਜਪਦੇ ਹੋਏ ਆਈਏ। ਇਹ ਨਹੀਂ ਵੀ ਸੰਸਾਰ ਦੀਆਂ ਗੱਲਾਂ ਕਰਦੇ ਜਾਈਏ ਤੇ ਸੰਸਾਰ ਦੀਆਂ ਗੱਲਾਂ ਹੀ ਕਰਦੇ ਆ ਜਾਈਏ, ਨਿੰਦਿਆ ਚੁਗਲੀ ਕਰਦੇ ਜਾਈਏ ਤੇ ਨਿੰਦਿਆ ਚੁਗਲੀ ਕਰਦੇ ਆ ਜਾਈਏ। ਨਹੀਂ, ਐਸੀ ਯਾਤਰਾ ਨਹੀਂ। ਯਾਤਰਾ ਪਿਆਰ ਦੇ ਵਿੱਚ ਯਾਤਰਾ ਹੋਣੀ, ਯਾਤਰਾ ਪਿਆਰ ਦੇ ਵਿੱਚ। ਯਾਤਰਾ ਵੀ ਜਿਹੜੀ ਹੈ ਜਾਂਦਿਆਂ ਸੰਗਤ ਬਣ ਜਾਏ, ਗੁਰੂ ਦਾ ਰੂਪ ਬਣ ਜਾਏ, ਹਰ ਸਮੇਂ ਗੁਰੂ ਤੁਹਾਡੇ ਨਾਲ ਚੱਲਦਾ ਤੁਹਾਨੂੰ ਨਜ਼ਰ ਆਏ। ਸੰਗ ਨੂੰ ਨਾਲ ਸਵਾਰੀ ਘੋੜੇ ਤੇ ਸਵਾਰ ਹੋਏ ਨੇ ਤੇ ਇਸ ਖਡੂਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਗਏ। ਜਦੋਂ ਕਰਤਾਰਪੁਰ ਸਾਹਿਬ ਦੇ ਨੇੜੇ ਪਹੁੰਚੇ ਨੇ ਤੇ ਕਰਤਾਰਪੁਰ ਸਾਹਿਬ ਦੇ ਬਾਰ-ਬਾਰ ਉਹਨਾਂ ਨੇ ਆਪਣੇ ਸੰਗ ਨੂੰ ਰੋਕ ਦਿੱਤਾ। ਕਹਿਣ ਲੱਗੇ, ਆਪ ਇੱਥੇ ਰੁਕ ਜਾਓ, ਪਹਿਲਾਂ ਮੈਂ ਆਪ ਦੇਖ ਕੇ ਆਉਣਾ ਵੀ ਜਿਸ ਨਾਨਕ ਤਪੇ ਜੀ ਦੀ ਇੰਨੀ ਵਡਿਆਈ, ਇੰਨੀ ਉਪਮਾ ਸੁਣੀ ਹੈ, ਉਹ ਵਾਕਿਆ ਹੀ ਉਹੋ ਜਿਹਾ ਜਾਂ ਉਹਦਾ ਕਿਸ ਤਰ੍ਹਾਂ ਦਾ ਸੁਭਾਅ ਹੈ, ਪਹਿਲਾਂ ਮੈਂ ਆਪ ਦੇਖ ਕੇ ਆਉਂ। ਇੱਥੇ ਦੇਖੋ ਜੀ, ਬੜਾ ਪਿਆਰਾ ਨੁਕਤਾ ਭਾਈ ਲਹਿਣਾ ਜੀ ਨੇ ਸਮਝਾਇਆ ਕਿ ਜਥੇਦਾਰ ਜਿਹੜਾ, ਆਗੂ ਜਿਹੜਾ, ਉਹ
ਕਿਹੋ ਜਿਹਾ ਹੋਣਾ ਚਾਹੀਦਾ ਜੀ ਵੀ ਜਿੱਥੇ ਤੂੰ ਸੰਗ ਨੂੰ ਲੈ ਕੇ ਜਾਣਾ, ਜਿੱਥੇ ਤੂੰ ਆਪਣੇ ਇਕੱਠ ਨੂੰ ਲੈ ਕੇ ਜਾਣਾ, ਉਹ ਸਭ ਤੋਂ ਪਹਿਲਾਂ ਤੈਨੂੰ ਪਤਾ ਹੋਣਾ ਚਾਹੀਦਾ ਵੀ ਉਹ ਸੱਚ ਦਾ ਘਰ ਹੈ ਕਿ ਝੂਠ ਦਾ ਘਰ। ਉਹ ਘਰ ਜਿਹੜਾ ਉੱਥੇ ਰੱਬ ਨਾਲ ਜੋੜਿਆ ਜਾਂਦਾ, ਉੱਥੇ ਰੱਬ ਵਸਦਾ ਹੈ ਕਿ ਜਾਂ ਉੱਥੇ ਕੇਵਲ ਸੰਸਾਰ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਉੱਥੇ ਝੂਠ ਦੀਆਂ ਗੱਲਾਂ ਹੁੰਦੀਆਂ। ਜੀ ਪਹਿਲਾਂ ਆਪ ਘੋੜੀ ਤੇ ਸਵਾਰ ਹੋ ਕੇ ਚੱਲੇ, ਚੱਲਿਆ ਹੋਇਆਂ ਕਿਸੇ ਰਾਹਗੀਰ ਨੂੰ ਪੁੱਛਦੇ ਨੇ, ਨਾਨਕ ਤਪੇ ਦੀ ਧਰਮਸ਼ਾਲਾ ਜਾ। ਕੋਈ ਬੋਲ ਕੇ ਦੱਸਦਾ, ਭਾਈ ਇੱਧਰ ਇਸ ਪਾਸੇ ਚਲਿਆ ਜਾ। ਕਿਸੇ ਨੂੰ ਫਿਰ ਪੁੱਛਦੇ ਨੇ, ਭਾਈ ਨਾਨਕ ਤਪੇ ਦੀ ਧਰਮਸ਼ਾਲਾ ਜਾਣਾ, ਉਹ ਇਸ਼ਾਰੇ ਨਾਲ ਸਮਝਾ ਦਿੰਦਾ, ਭਾਈ ਇਸ ਪਾਸੇ ਚਲਾ ਜਾ। ਹੁਣ ਰਸਤਾ ਦੱਸਣ ਦੇ ਦੋ ਤਿੰਨ ਤਰੀਕੇ ਨੇ, ਜਾਂ ਤੇ ਕੋਈ ਬੋਲ ਕੇ ਦੱਸ ਦਿੰਦਾ ਜਾਂ ਇਸ਼ਾਰੇ ਨਾਲ ਦੱਸਦਾ। ਚਲੇ ਜਾ ਰਹੇ ਨੇ ਤੇ ਜਦੋਂ ਨਵੀਂ ਜਗ੍ਹਾ ਤੇ ਜਾਣਾ ਹੋਵੇ ਤੇ ਜੀਵ ਬਾਰ-ਬਾਰ ਪੁੱਛਦਾ, ਕਿਤੇ ਅਗਾਂਹ ਨਾ ਲੰਘ ਜਾਵਾਂ, ਕਿਤੇ ਪੈਂਡਾ ਮੈਨੂੰ ਵੱਧ ਨਾ ਕਰਨਾ ਪੈ ਜਾਏ। ਪਰ ਉਧਰ ਅੰਤਰਜਾਮੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਿੰਘਾਸਣ ਤੇ ਬੈਠੇ ਸਨ। ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਇੱਕਦਮ ਸਾਹਿਬ ਸੱਚੇ ਪਾਤਸ਼ਾਹ ਸਿੰਘਾਸਣ ਤੋਂ ਉੱਠ ਕੇ ਤੁਰ ਪਏ। ਗੁਰੂ ਕੇ ਸਿੱਖਾਂ ਨੇ ਬੜੇ ਹੈਰਾਨ ਹੋ ਕੇ ਪੁੱਛਿਆ, ਪਾਤਸ਼ਾਹ ਅਚਾਨਕ ਆਪ ਜੀ ਕਿੱਥੇ ਚੱਲੇ? ਤੇ ਗੁਰੂ ਬਾਬੇ ਨੇ ਜਿਹੜੇ ਪਾਵਨ ਬਚਨ ਕਹੇ, ਇਤਿਹਾਸ ਨੇ ਬੋਲ ਸੰਭਾਲੇ ਨੇ, ਸਭ ਕਹਿਣ ਲੱਗੇ, ਮੇਰੇ ਰਾਜ ਦਾ ਧਣੀ ਆ ਰਿਹਾ ਹੈ, ਮੇਰੇ ਰਾਜ ਦਾ ਮਾਲਕ ਆ ਰਿਹਾ, ਮੈਂ ਉਹਨੂੰ ਲੈਣ ਜਾ ਰਿਹਾ। ਦੇਖੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਵਡਿਆਈਆਂ। ਗੁਰੂ ਲਾਵੇ ਤੇ ਗੁਰੂ ਉਹਨੂੰ ਲੈਣ ਵਾਸਤੇ ਅੱਗੇ ਆ ਜਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਚਰਨ ਸ਼ਰਨ ਗੋਰੇ ਇੱਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਸ ਰਸਤੇ ਤੇ, ਜਿਸ ਰਸਤੇ ਤੇ ਘੋੜੀ ਤੇ ਸਵਾਰ ਭਾਈ ਲਹਿਣਾ ਜੀ ਆ ਰਹੇ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਖਲੋਤੇ ਨੇ। ਇਤਿਹਾਸ ਵਿੱਚ ਇਹ ਵੀ ਬਚਨ ਲਿਖੇ ਨੇ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਵਿੱਚ ਰੰਬਾ ਖੁਰਪਾ, ਉਸ ਰਸਤੇ ਤੋਂ ਘਾਹ ਖੋਤਣ ਲੱਗ। ਉਹ ਬੜਾ ਪਿਆਰਾ ਨੁਕਤਾ ਸਾਹਿਬ ਨੇ ਸਮਝਾਇਆ ਸੀ ਕਿ ਸਿੱਖਾਂ ਆ ਸਹੀ, ਤੂੰ ਗੁਰੂ ਦੇ ਘਰ ਵੱਲ ਚੱਲ, ਮੈਂ ਤੇਰੇ ਰਸਤੇ ਨੂੰ ਐਨ ਸਾਫ਼ ਕਰ ਦੇਵਾਂਗਾ, ਸਾਰੀਆਂ ਰੁਕਾਵਟਾਂ ਦੂਰ ਕਰ ਦੇਵਾਂਗਾ, ਰਸਤੇ ਵਿੱਚ ਕੋਈ ਔਕੜ ਨਹੀਂ ਆਉਣ ਦੇਵਾਂ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇੜੇ ਆ ਕੇ ਹੁਣ ਸਾਹਿਬ ਨੂੰ ਪਹਿਲੀ ਵਾਰੀ ਤੱਕਿਆ, ਪਤਾ ਨਹੀਂ ਵੀ ਇਹ ਗੁਰੂ ਨਾਨਕ ਸਾਹਿਬ। ਦੂਜੀ ਬੇਨਤੀ ਇਹ, ਪਹਿਲੀ ਵਾਰੀ ਮਿਲੇ ਆ, ਪਹਿਲਾਂ ਦੇਖਿਆ ਨਹੀਂ, ਪਛਾਣ ਨਹੀਂ ਸਕੇ ਵੀ ਇਹੀ ਬਾਬਾ ਨਾਨਕ ਹੈ। ਦੂਜੀ ਗੱਲ ਇਹ, ਪਛਾਣ ਕਿਉਂ ਨਹੀਂ? ਕਿਉਂਕਿ ਅੱਜ ਵਰਗਿਆਂ ਬਾਬਿਆਂ ਦੀ ਤਰ੍ਹਾਂ ਉਹ ਲਿਸ਼ਕਵੇਂ ਪੁਸ਼ਕਵੇਂ ਕੋਈ ਕੱਪੜੇ ਨਹੀਂ ਸਨ ਪਾਏ, ਕੋਈ ਉਹਨਾਂ ਨੇ ਅਡੰਬਰ ਨਹੀਂ ਸੀ ਰਚਿਆ, ਉਹਦੇ ਚੇਲੇ ਚਾਟਲੇ ਨਾਲ ਨਹੀਂ ਸੀ ਵੀ ਦੂਰੋਂ ਪਤਾ ਲੱਗ ਜਾਵੇ ਵੀ ਇਹੀ ਬਾਬਾ ਹੋਣ। ਕਿਉਂਕਿ ਭਾਈ ਗੁਰਦਾਸ ਸਾਹਿਬ ਨੇ ਪਛਾਣ ਬੜੀ ਪਿਆਰੀ ਦਿੱਤੀ ਸੀ ਕਿ ਪਹਿਲ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਲਕੁਲ ਸੰਸਾਰੀਆਂ ਵਾਲੇ ਕੱਪੜੇ ਸਾਹਿਬ ਨੇ ਪਾਲੇ ਸਨ। ਤੇ ਗੁਰੂ ਪਾਤਸ਼ਾਹ ਮਹਾਰਾਜ ਖੇਤੀਬਾੜੀ ਵੀ ਕਰਦੇ ਸੀ, ਨਾਮ ਬਾਣੀ ਦਾ ਉਪਦੇਸ਼ ਦੇ ਕੇ ਸੰਗਤ ਨੂੰ ਨਿਹਾਲ ਕਰਦੇ। ਤੇ ਸਾਹਿਬ ਨੂੰ ਪੁੱਛਦੇ ਨੇ, ਕਹਿਣ ਲੱਗੇ, ਬਜ਼ੁਰਗਾ ਨਾਨਕ ਤਪੇ ਦੀ ਧਰਮਸ਼ਾਲਾ ਜਾਣ। ਦੇਖੋ ਮੰਜ਼ਿਲ ਸਾਹਮਣੇ ਆ ਤੇ ਮੰਜ਼ਿਲ ਨੂੰ ਹੀ ਪੁੱਛਦੇ ਪਏ, ਮੰਜ਼ਿਲ ਕਿੱਥੇ? ਨਾ ਵਾਕ ਵੀ ਕਿੰਨੀ ਦੂਰੀ ਬਣਾ ਦਿੰਦੀ ਹੈ। ਰੱਬ ਸਾਹਮਣੇ ਖੜਾ ਹੈ, ਪੁੱਛ ਰਹੇ ਨੇ ਮੈਂ ਰੱਬ ਦੇ ਘਰ ਜਾਣਾ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ, ਨਾਨਕ ਤਪੇ ਦੀ ਧਰਮਸ਼ਾਲਾ ਜਾਣਾ? ਕਹਿੰਦੇ ਜੀ ਹਾਂ। ਕੋਈ ਹੰਕਾਰ ਦੀ ਗੱਲ ਬਾਬੇ ਨੇ ਕੀਤੀ ਵੀ ਮੈਂ ਹੀ ਨਾਨਕ ਤਪ, ਦੱਸ ਕੀ ਗੱਲ ਹੈ? ਸਾਹਿਬ ਕਹਿਣ ਲੱਗੇ, ਆ ਮੈਨੂੰ ਘੋੜੀ ਦੀ ਵਾਗ ਫੜਾ, ਧਰਮਸ਼ਾਲਾ ਪਹੁੰਚਾ ਦਿੰਦੇ ਆ। ਕਿਉਂਕਿ ਕਹਿਣ ਲੱਗੇ, ਪੁਰਖਾਂ ਕਈ ਰਸਤੇ ਪੁੱਛ ਜ਼ਰੂਰ ਲੈਂਦੇ ਨੇ ਪਰ ਰਸਤੇ ਵਿੱਚ ਹੀ ਰਹਿ ਜਾਂਦੇ ਨੇ, ਲਿਆ ਮੈਨੂੰ ਘੋੜੀ ਦੀ ਵਾਗ ਫੜਾ, ਤੈਨੂੰ ਧਰਮਸ਼ਾਲਾ ਪਹੁੰਚਾ ਦੇ, ਤੈਨੂੰ ਮੰਜ਼ਿਲ ਤੱਕ ਪਹੁੰਚਾ ਦਿੰਦੇ, ਮੰਜ਼ਿਲ ਤੱਕ ਲੈ ਜਾ। ਅੱਗੇ ਅੱਗੇ ਘੋੜੀ ਦੀ ਵਾਗ ਫੜ ਕੇ ਤੁਰੇ ਜਾ ਰਹੇ ਨੇ। ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ ਕੇ ਜਾ ਰਹੇ ਤੇ ਪੁੱਛਣ ਨੇ, ਕਹਿਣ ਲੱਗੇ, ਬਜ਼ੁਰਗਾ ਤੂੰ ਨਾਨਕ ਤਪੇ ਨੂੰ ਜਾਣਦਾ, ਉਹਦਾ ਸੁਭਾਅ ਕਿੱਦਾਂ ਦਾ? ਉਹਦੇ ਨਾਲ ਅਸੀਂ ਪਹਿਲੀ ਵਾਰੀ ਮਿਲਣਾ, ਉਹਦਾ ਸੁਭਾਅ ਕਿੱਦਾਂ ਦਾ? ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਪੁਰਖਾ, ਜਿੰਨਾ ਮੈਂ ਨਾਨਕ ਨੂੰ ਜਾਣਦਾ, ਮੇਰੇ ਤੋਂ ਵੱਧ ਕੇ ਕੋਈ ਨਹੀਂ ਜਾਣਦਾ। ਕਹਿਣ ਤੋਂ ਭਾਵ ਸੀ ਵੀ ਗੁਰੂ ਨੂੰ ਜਿੰਨਾ ਮਰਜ਼ੀ ਪੜ੍ਹ ਲਈ, ਗੁਰੂ ਨੂੰ ਜਿੰਨਾ ਮਰਜ਼ੀ ਸੁਣ ਲਈ,
ਗੁਰੂ ਨੂੰ ਜਿੰਨਾ ਮਰਜ਼ੀ ਵਿਚਾਰ ਲਈ, ਗੁਰੂ ਨੂੰ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਗੁਰੂ ਨਾਲ ਇੱਕ ਤੇ ਹੋ ਸਕਦਾ ਹੈ। ਪਰ ਜੇ ਤੂੰ ਆਖੇ ਮੈਂ ਗੁਰੂ ਤੋਂ ਸਿਆਣਾ ਹੋ ਸਕਦਾ, ਗੁਰੂ ਨੂੰ ਪੂਰਨ ਤੌਰ ਤੇ ਜਾਣ ਸਕਦਾ, ਸਾਹਿਬ ਕਹਿੰਦੇ ਨਹੀਂ, ਇਹ ਤੇ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਉਹਦੀ ਪੂਰਨ ਤੌਰ ਤੇ ਕੌਣ ਜਾਣ ਸਕਦਾ? ਗੁਰੂ ਨੂੰ ਪੂਰਾ ਨਹੀਂ ਜਾਣਿਆ ਜਾ ਸਕਦਾ। ਜੇ ਗੁਰੂ ਨੂੰ ਪੂਰਾ ਜਾਣ ਲਈਏ ਫਿਰ ਉਹ ਗੁਰੂ ਕੀ ਹੋਇਆ ਫਿਰ? ਬਿਲਕੁਲ ਬਿਲਕੁਲ। ਫਿਰ ਮਹਾਰਾਜ ਸਾਹਿਬ ਧਰਮਸ਼ਾਲਾ ਦੇ ਨੇੜੇ ਲੈ ਕੇ ਕਹਿਣ ਲੱਗੇ, ਲੈ ਪੁਰਖਾ ਇੱਥੇ ਘੋੜੀ ਬੰਨ ਲਾ, ਉੱਥੋਂ 5 ਇਸ਼ਨਾਨਾਂ ਕਰ ਲਾ, ਆਈ ਧਰਮਸ਼ਾਲਾ, ਜਾ ਅੰਦਰ ਚਲਾ ਜਾ। ਜਿੰਨੇ ਨੂੰ ਘੋੜੀ ਬੰਨਣੀ ਸੀ, 5 ਇਸ਼ਨਾਨਾਂ ਕਰਨੀਆਂ ਸੀ, ਉਹਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ ਧਰਮਸ਼ਾਲਾ ਵਿੱਚ ਜਾ ਕੇ ਮੰਜੀ ਤੇ ਬੈਠ। ਸੋ ਬਿਲਕੁਲ ਸੰਗਤ ਜੀ, ਦੇਖੋ ਸਤਿਗੁਰ ਸੱਚੇ ਪਾਤਸ਼ਾਹ ਦੇ ਚੋਦ, ਇਹ ਵੱਡੀ ਵਡਿਆਈ ਵੱਡੇ ਕੀ ਆ। ਜਿੰਨਾ ਕੋਈ ਉੱਚਾ ਹੋਏਗਾ ਓਨਾ ਹੀ ਨਿਮਰਤਾ ਦੇ ਵਿੱਚ ਹੋਏਗਾ। ਜੀ ਜੀ। ਆਪ ਨਿਰੰਕਾਰ ਤੇ ਕਹਿੰਦੇ ਕੀ ਹੈ ਕਿ ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਐਸੀ ਨਿਰਮਾਣਤਾ ਜਿੱਥੇ ਉਹਨਾਂ ਨੇ ਸਿਖਾਈ ਹੈ, ਉੱਥੇ ਸਾਨੂੰ ਬੜਾ ਕੁਝ, ਜਿਹੜੇ ਕਈ ਭਰਮ ਭੁਲੇਖੇ ਦੁਨੀਆ ਦੇ ਵਿੱਚ ਪਏ, ਉਹਨਾਂ ਨੇ ਜਵਾਬ ਪਹਿਲਾਂ ਹੀ ਦੇ ਦਿੱਤੇ ਸੀ। ਸੋ ਹੁਣ ਆਪਾਂ ਅੱਗੋਂ ਗਿਆਨੀ ਮਹਿਤਾਬ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਦਰਬਾਰ ਸਾਹਿਬ ਦੇ ਕਥਾਵਾਚਕ, ਹਜ਼ੂਰੀ ਕਥਾਵਾਚਕ, ਉਹ ਸਾਨੂੰ ਗੁਰੂ ਇਤਿਹਾਸ ਸਰਵਣ ਕਰਾ ਰਿਹਾ, ਉਹ ਪਿਆਰ ਨਾਲ ਸਰਵਣ ਕਰਦੇ ਹਾਂ ਜੀ। ਮਹਾਰਾਜ ਸਤਿਗੁਰੂ ਜੀ ਅੰਦਰ ਜਾ ਕੇ ਉਹਨੇ ਸਮੇਂ ਵਿੱਚ ਮੰਜੀ ਤੇ ਬਹਿ ਗਏ। ਇੱਥੇ ਬੜਾ ਪਿਆਰਾ ਨੁਕਤਾ ਸਾਨੂੰ ਸਮਝਾਇਆ। ਜਦੋਂ ਆ ਤੇ ਪੁੱਛ ਰਹੇ ਸੀ ਕਿ ਮੈਂ ਨਾਨਕ ਤਪੇ ਦੀ ਧਰਮਸ਼ਾਲਾ ਜਾਣਾ, ਕੋਈ ਇਸ਼ਾਰੇ ਨਾਲ ਦੱਸ ਰਿਹਾ, ਕੋਈ ਬੋਲ ਕੇ ਦੱਸ ਰਿਹਾ। ਤੇ ਜੇ ਮੰਦਿਰ ਤੱਕ ਲੈ ਕੇ ਗਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਆਪ ਜੀ। ਇਹਦਾ ਮਤਲਬ ਸਾਹਿਬ ਨੇ ਇਹ ਸਮਝਾਇਆ ਕਿ ਸਿੱਖਾ, ਰੱਬ ਦੇ ਘਰ ਜਾਣਾ, ਆਪਣੀ ਮੰਜ਼ਿਲ ਤੇ ਪਹੁੰਚਣਾ, ਸੰਸਾਰ ਦੇ ਵਿੱਚ ਕਿਸੇ ਨੂੰ ਪੁੱਛੇਗਾ ਨਾ ਤੇ ਕੋਈ ਬੋਲ ਕੇ ਦੱਸੇਗਾ, ਕੋਈ ਇਸ਼ਾਰਿਆਂ ਨਾਲ ਦੱਸੇਗਾ, ਪਰ ਜੇ ਉੱਥੋਂ ਤੱਕ ਪਹੁੰਚਾਉਣ ਦੀ ਸਮਰੱਥਾ ਹੈ ਨਾ, ਉਹ ਕੇਵਲ ਤੇ ਕੇਵਲ ਗੁਰੂ ਦੇ ਕੋਲ। ਗੁਰੂ ਤੋਂ ਬਿਨਾਂ ਉਸ ਮੰਜ਼ਿਲ ਤੇ ਕੋਈ ਨਹੀਂ ਪਹੁੰਚਾ ਸਕਦਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਅੰਦਰ ਮੰਜੀ ਤੇ ਬੈਠੇ ਨੇ। ਭਾਈ ਲਹਿਣਾ ਜੀ ਬੜੇ ਚਾਵਾਂ ਮਲਾਰਾਂ ਦੇ ਨਾਲ ਘੋੜੀ ਬੰਨ ਕੇ 5 ਇਸ਼ਨਾਨਾਂ ਕਰਕੇ ਧਰਮਸ਼ਾਲਾ ਵਿੱਚ ਪ੍ਰਵੇਸ਼ ਹੋਏ। ਤੇ ਜਿਉਂ ਹੀ ਅੰਦਰ ਜਾ ਕੇ ਦੇਖਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ, ਇਹ ਤੇ ਉਹੀ ਸਤਿਗੁਰੂ ਬੈਠੇ ਨੇ ਜਿਹੜੇ ਮੇਰੀ ਘੋੜੀ ਦੀ ਵਾਗ ਫੜ ਕੇ ਪੈਦਲ ਤੁਰੇ ਆਏ ਤੇ ਮੈਂ ਘੋੜੀ ਤੇ ਸਵਾਰ ਹੋ ਕੇ ਆਇਆ। ਕਹਿਣ ਲੱਗੇ, ਜਿਸ ਗੁਰੂ ਨੂੰ ਇੰਨੀ ਵਡਿਆਈ ਸੁਣ ਕੇ ਆਇਆ ਸਾਂ, ਜਿਸ ਗੁਰੂ ਵਿੱਚ ਇੰਨੀ ਨਿਮਰਤਾ ਹੋਵੇ, ਆਉਂਦਿਆਂ ਸਾਰ ਹੀ ਮੈਂ ਬਹੁਤ ਵੱਡੀ ਭੁੱਲ ਕੀਤੀ, ਗਲਤੀ ਕਰ ਬੈਠਾ, ਮੈਂ ਘੋੜੀ ਤੇ ਚੜ ਕੇ ਆਇਆ, ਇਹ ਪੈਦਲ ਤੁਰਿਆ, ਮੈਂ ਪਛਾਣ ਹੀ ਨਹੀਂ ਸਕਿਆ ਨਾ। ਇੱਕਦਮ ਘਬਰਾ ਗਏ ਤੇ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਅੰਤਰਜਾਮੀ ਪੁੱਛਦੇ ਨੇ, ਕਹਿਣ ਲੱਗੇ, ਪੁਰਖਾ ਬੜੇ ਚਾਵਾਂ ਮਲਾਰਾਂ ਨਾਲ ਆ ਰਿਹਾ ਸੀ, ਕੀ ਹੋਇਆ? ਘਬਰਾ ਕਿਉਂ ਗਿਆ? ਕਦਮ ਗਏ, ਹੱਥ ਜੋੜ ਕੇ ਕਹਿੰਦੇ, ਬਾਬਾ ਬੜੀ ਵੱਡੀ ਗਲਤੀ ਹੋ ਗਈ, ਭੁੱਲ ਹੋ ਗਈ। ਕਹਿਣ ਲੱਗੇ, ਕੀ ਭੁੱਲ ਹੋ ਗਈ? ਕਹਿੰਦੇ, ਤੁਸੀਂ ਪੈਦਲ ਤੁਰੇ ਆਓ, ਮੈਂ ਘੋੜੀ ਤੇ ਸਵਾਰ ਹੋ ਕੇ ਆਵਾਂ, ਤੇ ਬਾਬਾ ਇਹ ਗਲਤੀ ਨਹੀਂ ਤੇ ਹੋਰ ਕੀ ਹੈ? ਗੁਰੂ ਪੈਦਲ ਤੁਰ ਕੇ ਆਵੇ ਤੇ ਸਿੱਖ ਘੋੜੀ ਤੇ ਚੜ ਕੇ ਆਵੇ, ਗਲਤੀ ਨਹੀਂ ਤੇ ਹੋਰ ਕੀ? ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪੁਰਖਾ, ਅਣਜਾਣੇ ਵਿੱਚ ਹੋਈ ਗਲਤੀ ਗਲਤੀ ਨਹੀਂ ਹੁੰਦੀ, ਜਾਣ ਬੁੱਝ ਕੇ ਕੀਤੀ ਹੋਈ ਗਲਤੀ ਕਰਮ ਬਣਦੀ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿਣ ਲੱਗੇ, ਆ ਪੁਰਖਾ, ਹੋਰ ਗੱਲਾਂ ਕਰਦੇ ਆਏ, ਤੇਰਾ ਨਾਂ ਨਹੀਂ ਪੁੱਛਿਆ, ਕਿੱਥੋਂ ਆਇਆ, ਨਾਂ ਕੀ ਆ? ਹੱਥ ਜੋੜ ਕੇ ਕਹਿੰਦਾ, ਬਾਬਾ ਨਾਂ ਤੇ ਆ ਲਹਿਣਾ, ਆਇਆ ਮੈਂ ਖਹਿਰਿਆਂ ਦੇ ਖਡੂਰ ਤੋਂ। ਗੁਰੂ ਪਾਤਸ਼ਾਹ ਮਹਾਰਾਜ ਮੁਸਕਰਾ ਕੇ ਮੇਰਾ ਦਾ ਮੀਂਹ ਵਸਾਉਂਦਿਆਂ ਹੋਇਆਂ ਕਹਿਣ ਲੱਗੇ, ਪੁਰਖਾ, ਤੂੰ ਲੈਣਾ ਤੇ ਅਸੀਂ ਤੇਰਾ ਦੇਣਾ, ਘਬਰਾਉਣਾ ਕਿਉਂ? ਜਿਨ੍ਹਾਂ ਨੇ ਲੈਣਾ ਹੁੰਦਾ ਨਾ, ਉਹ ਠਾਠ ਬਾਠ ਨਾਲ ਘੋੜੀਆਂ ਤੇ ਚੜ ਕੇ ਆਉਂਦੇ ਹੁੰਦੇ, ਜਿਨ੍ਹਾਂ ਨੇ ਦੇਣਾ ਹੁੰਦਾ ਉਹ ਹੱਥ ਬੰਨ ਕੇ ਅੱਗੇ ਖੜੇ ਹੁੰਦੇ ਨੇ। ਪੁਰਖਾ, ਤੂੰ ਲੈਣਦਾਰ ਤੇ ਅਸੀਂ ਤੇਰੇ ਦੇਣ ਦਾ। ਪਹਿਲੀ ਮਿਲਣੀ ਨੇ ਗੁਰੂ ਬਾਬੇ ਦੀ ਨੇ ਐਸਾ ਪ੍ਰਭਾਵਿਤ ਗੁਰੂ ਮਾਲਕ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਕਹਿਣ ਲੱਗੇ, ਮੈਨੂੰ
मेरी मंजिल मिल गई। ਵਾਹਿਗੁਰੂ ऐसा सुकून मिलिया, ऐसा हिरदे का टिकाऊ मिलिया, ऐसा रब का प्रतख दीदार होया। अपने संग नूं भी उच्ची उच्ची आवाजां देंदे होए कहंदे ने, मैं नहीं कहंदा हुण तुसीं किते जाओ, मैं तो कहना आओ तुसीं भी दर्शन करो, मैनू मेरी मंजिल मिल गई, तुसीं जाना ते जा सकदे हो। संग दे जीवां ने बड़ियां गल्लां बातां भी कीतियां, श्राप दे डर भी दिते, बड़ा कुछ किया, पर ऐसा अडोल हिरदा गुरु बाबे दे चरणां कमलां दा भवरा बनिया। उस दिन तो बाद साहिब सच्चे पातशाह गुरु अंगद देव महाराज भाई लहणा जी किसी पासे होर झाक नहीं रखी, बस भावना बना ली कि किस ही कोई कोए मंजन माणी हिक तो क्यों ना होए जा लग चित ना आ। बस सब दे चरणां कमलां दे भवरे बन गए। साहिब सच्चे पातशाह टिक गए। साहिब आप पातशाह महाराज सतगुरु भेजते रहे कि जा पुरखा घर का पता लै आ, घरों होया नहीं ते आप नहीं सी। उस दिन तो बाद करके गुरु का हुक्म, गुरु का वचन मन के घर गए, घर एक रात टिक उस तो बाद फिर अगली सवेर हुंदियां सारी परिवार नूं सारी गल समझा के, बच्चियां नूं सारी गल समझा के, घर दे विच दो सपुत्र भी ने, बाबा दातू जी ते बाबा दासू जी, बीबी अमरो जी ते बीबी अनोखी जी। परिवार की जिम्मेवारी बड़ी वड्डी है, पर परिवार नूं सारी गल समझा के उस वेले फिर घर दे विचों एक लूण दी गठ बन के तुर पए सन ते जाके गुरु पातशाह महाराज जी दे चरणां विच फिर हाजिर हो रहे ने। धर्मशाला पहुंचे ते गुरु पातशाह महाराज सतगुरु खेतां दे विच। सो सतगुर सच्चे पातशाह जी दी वेखो नजरे रहमत संगत जी, जदों साची प्रीत लग जाती है तो फिर सब कुछ भुल जाता है। जी जी घर परिवार भी हुण पिछे रह गया, हुण गुरु की सेवा दे विच जुट गए ने। सो ऐसा भी बिरतांत मिलता कि माता खीवी जी ने कहा कि कोई सेवादार लै जाओ, एडी भारी पंड कट आप ही चुक के ले जाओगे, इन्नी दूर जाना है, तो कहंदे फिर सेवा नहीं रह जानी। सो हथी सेवा शरीर दे नाल अपने तन नूं किवें सफला करना, ये भी नाल ही पाठ अपने इतिहास दे विच पढ़ाउंदे आ रहे ने। सो अगों आपां इवें ही गुर इतिहास सरवण करांगे। छोटा जिहा इत्थे विश्राम लैके असीं बहुत जल्दी हाज़र हो रहे हैं संगत जी। ठाकुर तुम शरणाई आया, उतर गया मेरे मन का संसार, जब तेरा दर्शन पाया। सो ये शब्द आम तौर पर आपां बचपन तो पढ़ते सुनते आने आ, पर इस शब्द के असली अर्थ मैं समझदा कि इस गुर इतिहास तो सानू प्राप्त होंदे ने जो आपां हुणे सरवण कर रहे हैं। भाई लहणा जी गुरु नानक साहब जी के दर्शनां नूं आउंदे ने ते फिर सब संशय मिट जाते ने। गुरु के चरणों ते ऐसा मत्था टिकाउंदे ने कि फिर वो टिका ही देंदे ने। सो ऐसा पितर गुर इतिहास आज गुरु अंगद साहब जी के पावन प्रकाश पुरब के मौके पर आपां सरवण कर रहे हैं। साडे नाल ज्ञानी महताब सिंह जी हजूरी कथावाचक श्री दरबार साहिब खडूर साहब तो गुरु इतिहास सरवण करवा रहे ने सानू। जिवें कि आपां जानते हैं कि ये समा इवें दा कि सीधा संपर्क नहीं बन पाउंदा। जिद्दां पहलां आपां स्टूडियो दे विच बैठ के विद्वान जनां दे नाल रिकॉर्डिंग करते सी, भाई साहब होरी भी साडे कोल इत्थे आउंदे, पर हुण असीं जो रिकॉर्डिंग है वो जोड़ियां नैट दीयां सहूलतां उन्हां दे राहीं कर रहे हैं। असीं अपने एक नूर स्टूडियो बटाला विखे हाँ ते भाई साहब होरी खडूर साहब की धरती ते उत्थों बैठ के साडे नाल इस गुर इतिहास की सांझ करदे पए आ ते आप सब संगतां उसदा आनंद माण रहे हो। सो भाई साहब जी बड़ी सतगुर सच्चे पातशाह जी की अपार किरपा है जो असीं आनंद माण रहे हैं उस पितर इतिहास का, किस ढंग दे नाल एक गुरु का सिख एक दूसरे अबलाखी नूं गुरु चरनां दे नाल जोड़दा है ते बाणी किवें कला वरताउंदी है ते अगला इतिहास जिवें आप जी साडे नाल साझा कर रहे सी ते गुरु साहब जी ने किस ढंग दे नाल भाई लहणा जी नूं जी आया आख्या, किवें प्यार भरे बचन विलास होए ने।
ਸੋ ਅੱਗੋਂ ਇਤਿਹਾਸ ਆਪ ਜੀ ਸਾਡੇ ਨਾਲ ਸਾਂਝਾ ਕਰੋ ਜੀ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਪਹਿਲੀ ਜਿਹੜੀ ਸੀ ਭਾਈ ਲਹਿਣਾ ਜੀ ਦੀ, ਇਹ 1532 ਈਸਵੀ ਦੀ ਹੈ, ਜੋ ਪਹਿਲੀ ਮਿਲਣੀ ਨੇ ਐਸਾ ਪ੍ਰਭਾਵਿਤ ਕੀਤਾ ਕਿ ਸਦਾ ਲਈ ਗੁਰੂ ਚਰਨਾਂ ਕਮਲਾਂ ਦੇ ਭਵਰੇ ਬਣ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਗਭਗ 7 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੇਵਾ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਕਮਾਈ ਜੀ। ਉਹ ਸੇਵਾ ਦੇ ਵਿੱਚ ਕੁਝ ਸਾਖੀਆਂ ਜਿਹੜੀਆਂ ਪ੍ਰਸਿੱਧ ਨੇ ਇਤਿਹਾਸ ਦੇ ਅੰਦਰ, ਜਿਵੇਂ ਆਉਂਦਿਆਂ ਸਾਰ ਪਹਿਲੇ ਦਿਨ ਜਿਵੇਂ ਲੂਣ ਦੀ ਪੰਡ ਲੈ ਕੇ ਆਏ ਸੀ ਘਰੋਂ ਹੋ ਕੇ ਦੁਬਾਰਾ, ਧਰਮਸ਼ਾਲਾ ਵਿੱਚ ਆਉਂਦੇ ਨੇ ਤੇ ਮਾਤਾ ਸੁਲੱਖਣੀ ਜੀ ਨੂੰ ਪੁੱਛਦੇ ਨੇ ਵੀ ਸਤਿਗੁਰੂ ਜੀ ਕਿੱਥੇ ਨੇ? ਕਹਿੰਦੇ ਜੀ ਉਹ ਤੇ ਖੇਤਾਂ ਵਿੱਚ ਗਏ ਹੋਏ ਆ। ਲੂਣ ਦੀ ਪੰਡ ਰੱਖ ਕਰਕੇ ਖੇਤਾਂ ਵਿੱਚ ਚਲੇ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਮਹਾਰਾਜ ਜਾਂਦੇ ਆ ਝੋਨੇ ਦੇ ਵਿੱਚੋਂ, ਮੂੰਜੀ ਦੇ ਖੇਤ ਦੇ ਵਿੱਚੋਂ ਨਦੀਨ ਕਢਵਾ ਰਹੇ, ਕਾਮੇ ਹੋਰ ਨਾਲ ਲੱਗੇ ਹੋਏ ਨੇ, ਤੇ ਜਾ ਕੇ ਨਮਸਕਾਰ ਕਰਕੇ ਕਹਿੰਦੇ ਮਹਾਰਾਜ ਮੈਨੂੰ ਵੀ ਸੇਵਾ ਦਿਓ। ਤੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆ ਲੈਣੇ ਆ, ਤੂੰ ਵੀ ਸੇਵਾ ਕਰ ਲੈ। ਹੁਣ ਦੁਕਾਨਦਾਰੀ ਵਪਾਰੀ ਦਾ ਕੰਮ ਕਰਦੇ ਰਹੇ ਸੀ, ਖੇਤੀਬਾੜੀ ਦਾ ਪਤਾ ਨਹੀਂ ਸੀ ਇਹਨਾਂ। ਤੇ ਉਹ ਜਦੋਂ ਮੂੰਜੀ ਪੁੱਟਣ ਲੱਗੇ ਜੀ, ਉਹ ਆਪਣੇ ਮੂੰਜੀ ਦੇ ਵਿੱਚ ਪੁੱਟਣ ਲੱਗੇ, ਇੱਕਦਮ ਬੂਟੇ ਜਿਹੜੇ ਕਈ ਵਾਰੀ ਮਿਕਸ ਹੁੰਦੇ ਆ, ਨਾਲ ਨਾਲ ਜੁੜੇ ਹੁੰਦੇ ਆ, ਨਹੀਂ ਪਛਾਣ ਹੁੰਦੀ, ਚੰਗੇ ਭਲੇ ਬੰਦੇ ਨੂੰ ਪਛਾਣ ਨਹੀਂ ਹੁੰਦੀ ਜਿਹੜਾ ਰੋਜ਼ਾਨਾ ਕੰਮ ਕਰਦਾ ਹੈ। ਭਾਈ ਲਹਿਣਾ ਜੀ ਤੇ ਪਹਿਲੀ ਵਾਰੀ ਖੇਤੀ ਕੰਮ ਕਰਨ ਲੱਗੇ ਨੇ, ਤੇ ਉਹਨਾਂ ਨੇ ਮੂੰਜੀ ਦਾ ਬੂਟਾ ਜਿਹੜਾ ਉਹ ਫੜ ਲਿਆ ਪੁੱਟਣ ਵਾਸਤੇ ਝੋਨੇ ਦਾ। ਗੁਰੂ ਪਾਤਸ਼ਾਹ ਮਹਾਰਾਜ ਦੇਖ ਕੇ ਕਹਿਣ ਲੱਗੇ ਲਹਿਣੇ ਆ, ਇਹ ਪੁੱਟਣੇ ਨਹੀਂ, ਇਹ ਲਾਉਣੇ, ਇਹ ਸੰਭਾਲਣੇ ਆ। ਜਿਨ੍ਹਾਂ ਨੂੰ ਤੂੰ ਪੁੱਟਣਾ ਵਾ ਉਹਨਾਂ ਨੂੰ ਤੂੰ ਛੱਡ ਰਿਹਾ। ਤੇ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੈਨੂੰ ਪਤਾ ਨਹੀਂ, ਆਪ ਸਮਝਾ ਦਿਓ। ਸਤਿਗੁਰੂ ਕਹਿਣ ਲੱਗੇ ਆ ਨਦੀਨ ਦਾ ਬੂਟਾ ਤੇ ਆ ਝੋਨੇ ਦਾ ਬੂਟਾ ਵਾ, ਆ ਝੋਨੇ ਦੇ ਬੂਟੇ ਸੰਭਾਲਣੇ ਹੁੰਦੇ ਆ ਤੇ ਨਦੀਨ ਦੇ ਜਿਹੜੇ ਆ ਉਹ ਕੱਢ ਕੇ ਬਾਹਰ ਸੁੱਟਣੇ ਹੁੰਦੇ ਆ। ਦੂਜੀ ਗੱਲ ਸਾਹਿਬ ਕਹਿਣ ਲੱਗੇ ਲੈਣੇ ਆ, ਇੱਥੇ ਗੱਲ ਹੁਣ ਕੇਵਲ ਝੋਨੇ ਤੇ ਨਹੀਂ ਆ, ਕਹਿੰਦੇ ਜੀਵਨ ਦੇ ਵਿੱਚ ਆ ਸਾਡਾ ਸਰੀਰ ਰੂਪੀ ਖੇਤ ਜਿਹੜਾ, ਇਹਦੇ ਵਿੱਚ ਸ਼ੁਭ ਗੁਣਾ ਰੂਪੀ ਖੇਤੀ ਜਿਹੜੀ ਆ ਨਾ, ਇਹ ਬੀਜ ਲਾਉਣੇ ਹੁੰਦੇ, ਸੰਭਾਲਣੇ ਹੁੰਦੇ, ਇਹਦੇ ਵਿੱਚੋਂ ਔਗਣਾ ਰੂਪੀ ਨਦੀਨ ਜਿਹੜਾ ਇਹ ਕੱਢਣਾ ਹੁੰਦਾ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਜਿਹੜੀਆਂ ਇਵੇਂ ਆਉਂਦਿਆਂ ਝੋਲੀ ਵਿੱਚ ਪੈਂਦੀਆਂ ਰਹੀਆਂ। ਕਦੀ ਧਰਮਸ਼ਾਲਾ ਦੇ ਵਿੱਚੋਂ ਮੋਈ ਹੋਈ ਚੂਹੀ ਚੁੱਕ ਕੇ ਬਾਹਰ ਹੋਰ ਸਿੱਖਾਂ ਨੇ ਨਾ ਕਰ ਦੇਣੀ, ਗੁਰੂ ਪਾਤਸ਼ਾਹ ਨੇ 7 ਬਚਨ ਕਹਿ ਕੇ ਉਹ ਮੋਈ ਹੋਈ ਚੂਹੀ ਚੁੱਕ ਕੇ ਬਾਹਰ ਸੁੱਟ ਦੇਣੀ। ਧਰਮਸ਼ਾਲਾ ਦੀ ਕੰਧ ਸਿਆਲੇ ਦੀ ਰੁੱਤ ਵਿੱਚ ਮੀਂਹ ਵਰਦੇ ਦੇ ਵਿੱਚ ਡਿੱਗ ਪੈਣੀ, ਉਹਨੂੰ 7 ਬਚਨ ਕਹਿ ਕੇ ਉਸਾਰਨਾ। ਇਵੇਂ ਦੇ ਬੜੇ ਕੌਤਕ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ। ਰਾਤ ਅਸੀਂ ਜਾ ਕੇ 72 ਨਦੀ ਤੋਂ ਧੋ ਕੇ ਲਿਆਉਣੇ, ਸੁਕਾ ਵੀ ਦੇਣੇ। ਦਿਨ ਰਾਤ ਇਹ ਕਰਤਾ ਸੀ ਸੇਵਾ ਵਾਸਤੇ। ਬਹੁਤਾ ਲੰਬੇਰਾ ਨਾ ਕਰਾਂ ਕਿਉਂਕਿ ਸਮਾਂ ਆਪਣੇ ਕੋਲ ਘੱਟ ਹੈ। ਇਸ ਤਰ੍ਹਾਂ ਦੀਆਂ ਗਾਥਾਵਾਂ ਗੁਰੂ ਪਾਤਸ਼ਾਹ ਜੀ ਦੀਆਂ, ਜਿੱਥੋਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਸ਼ੁਭ ਸਿੱਖਿਆ ਦ੍ਰਿੜ ਕਰਾਈ ਹੈ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਮਾਲਕ ਦੇ ਮਹਿਲ ਨੂੰ, ਹਜ਼ੂਰੀ ਨੂੰ ਪ੍ਰਾਪਤ ਕਰਨਾ ਤੇ 7 ਬਚਨ ਕਹਿ ਕੇ ਲਈ ਤੇ ਆਪਣੇ ਗੁਰੂ ਤੇ ਆਪਣੇ ਮਾਲਕ ਤੇ ਕਿੰਤੂ ਨਾ ਕਰ ਬੈਠੇ। ਜੇ ਗੁਰੂ ਨੇ ਕਿਹਾ ਦੇਣਾ ਤੇ ਸਿੱਖ ਨੇ ਕਹਿਣਾ ਦੇਣਾ, ਗੁਰੂ ਨੇ ਕਿਹਾ ਰਾਤ ਹੈ ਤੇ ਸਿੱਖ ਕਵੇ ਵੀ ਹਾਂ ਰਾਤ ਹੈ। ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਕੋਲ ਬੜੀ ਸੰਗਤ ਆਈ ਤੇ ਕਾਫੀ ਦਿਨ ਝੰਡੀ ਲੱਗੀ ਰਹੀ, ਬਾਰਿਸ਼ ਦਾ ਸਮਾਂ ਬਣਿਆ ਰਿਹਾ, ਲੰਗਰ ਨਾ ਪੱਕ ਸਕਿਆ ਤੇ ਗੁਰੂ ਪਾਤਸ਼ਾਹ ਸੁਭਾਵਕ ਕਹਿਣ ਲੱਗੇ ਭਾਈ ਸਿੱਖੋ ਆਹ ਦਰਖਤ ਤੇ ਚੜੋ ਸਾਂ ਭਲਾ, ਇਹਨੂੰ ਹਲੂਣਾ ਦੇ ਲੋ, ਮਠਿਆਈਆਂ ਸੰਗਤਾਂ ਰੱਜ ਰੱਜ ਕੇ ਪਦਾਰਥ ਛਕਣਗੀਆਂ। ਤੇ ਸਾਰੇ ਪਿੱਛੇ ਹੋ ਗਏ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿਣ ਲੱਗੇ ਭਾਈ ਲਹਿਣਿਆ ਤੂੰ ਹਲੂਣਾ ਦੇ, ਕਹਿਣ ਲੱਗੇ ਜੀ 7 ਬਚਨ। ਅਨੇਕਾਂ ਸਾਖੀਆਂ ਦੇ ਰਾਹੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸੇਵਾ ਕਮਾਉਂਦੇ ਆ ਭਾਈ ਲਹਿਣਾ ਜੀ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਰਹੇ। ਤੇ ਸਭ ਤੋਂ ਵੱਡੀ ਜਿਹੜੀ ਸਿਖਰ ਸੀ ਉਹ ਧਾਰਮਿਕ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਰਤਾਇਆ ਸੀ, ਜਿਹਨੂੰ ਅਸੀਂ ਸਾਂਸੀਆਂ ਵਾਲਾ ਰੂਪ ਕਹਿ ਲਓ। ਸਰੀਰ ਦੇ ਉੱਪਰ ਲੱਸੀ ਦੇ ਛਿੱਟੇ ਮਾਰ ਲਏ, ਕੁੱਤਾ ਮੋਟਾ ਜਿਹਾ ਹੱਥ ਵਿੱਚ ਫੜ ਲਿਆ, ਧਰਮਸ਼ਾਲਾ ਵਿੱਚ ਜਿਹੜੇ ਕੁੱਤੇ ਕੁੱਤੀਆਂ ਸਨ ਉਹਨਾਂ ਨੂੰ ਪੁਚਕਾਰ ਕੇ ਨਾਲ ਲਾ ਲਿਆ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਿਹੜੀ ਧਰਮਸ਼ਾਲਾ ਵਿੱਚ ਕੁਝ ਮਾਇਆ ਸੀ ਉਹ ਮੁੱਠਾਂ ਭਰ ਭਰ ਕੇ ਸੰਗਤ ਵੱਲ ਸੁੱਟੀਆਂ। ਤੇ ਦੇਖ ਕੇ ਤੇ ਉਹ ਮਾਇਆ ਚੁੱਕ ਕੇ ਤੁਰ ਪਏ, ਕਹਿੰਦੇ ਬਾਬਾ ਤੇ ਕਮਲਾ ਹੋ ਗਿਆ, ਚਲੋ ਮਾਇਆ ਲੈ ਕੇ ਚੱਲਦੇ, ਕੀ ਲੈਣਾ ਹੈ ਬਾਬੇ ਦੇ ਕੋਲ। ਤੇ ਜਿਹੜੇ ਕੁਝ ਨੇੜੇ ਹੋਣ ਦਾ ਯਤਨ ਕਰਦੇ ਸੀ ਨਾ, ਉਹ
ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜ਼ੋਰ ਦੇ ਨਾਲ ਕੁਦਕਾ ਡੰਡਾ ਮਾਰਦੇ। ਹੁਣ ਇਥੋਂ ਭਾਵ ਇਹ ਸੀ ਕਿ ਬਹੁਤੇ ਅਸੀਂ ਸੰਸਾਰ ਦੇ ਲੋਕ ਕਈ ਵਾਰੀ ਮਾਇਆ ਦੇ ਵਿੱਚ ਜਾਂਦੇ ਆ ਕਿ ਅਸੀਂ ਗੁਰੂ ਕੋਲੋਂ ਕੀ ਲੈਣਾ, ਮਾਇਆ ਮਿਲ ਗਈ ਬਸ ਠੀਕ, ਇਹਦੇ ਵਿੱਚ ਵੀ ਭਰਮ ਕੇ ਰਹਿ ਜਾਂਦੇ। ਕਈ ਵਾਰੀ ਕੋਈ ਜੀਵਨ ਤੇ ਦੁੱਖ ਆਇਆ, ਕੋਈ ਚੋਟ ਆ ਗਈ, ਅਸੀਂ ਉਹ ਤੋਂ ਵੀ ਡਰਦੇ, ਜਿਵੇਂ ਬਾਬੇ ਦੇ ਕੁਦਕੇ ਤੋਂ ਡੰਡੇ ਤੋਂ ਡਰਦੇ ਸੀ, ਲੋਕ ਭੱਜ ਗਏ। ਤੇ ਜਦੋਂ ਚੋਟ ਲੱਗਦੀ ਆ ਫਿਰ ਕਈ ਵਾਰੀ ਅਸੀਂ ਉਸ ਚੋਟ ਵਿੱਚ ਉਲਝ ਕੇ ਗੁਰੂ ਬਾਬੇ ਨੂੰ ਤਾਨੇ ਮਿਹਣੇ ਦੇਣ ਲੱਗ ਜਾਂਦੇ ਆ ਕਿ ਕੀ ਫਾਇਦਾ ਗੁਰੂ ਬਾਬੇ ਦੀ ਸੇਵਾ ਕਰਨ ਦਾ, ਕੀ ਫਾਇਦਾ ਬਾਣੀ ਪੜ੍ਹਨ ਦਾ, ਸਾਨੂੰ ਇਸ ਤਰ੍ਹਾਂ ਚੋਟਾਂ ਹੀ ਆਉਣੀਆਂ, ਇਸ ਤਰ੍ਹਾਂ ਦੁੱਖ ਹੀ ਆਉਣੇ। ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕੁਝ ਕੀ ਚੋਣਵੇਂ ਸਿੱਖ ਰਹਿ ਗਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਜੰਗਲ ਵੱਲ ਤੁਰ ਪਏ। ਚਲਦਿਆਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਪੁੱਛਦੇ ਨੇ, ਕਹਿਣ ਲੱਗੇ ਭਾਈ ਸਿੱਖੋ ਸਾਰੇ ਚਲੇ ਗਏ, ਤੁਸੀਂ ਕਿਉਂ ਨਹੀਂ ਜਾਂਦੇ? ਕਹਿਣ ਲੱਗੇ ਜੀ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਕਿੱਥੇ ਜਾਈਏ? ਕਹਿਣ ਲੱਗੇ ਜੇ ਸਿੱਖ ਹੋ ਤੇ ਉਹ ਸਾਹਮਣੇ ਜਿਹੜਾ ਮੁਰਦਾ ਪਿਆ ਉਹਨੂੰ ਖਾਓ। ਮੁਰਦਾ ਖਾਣ ਦੀ ਗੱਲ ਆਈ, ਬੜੇ ਬੜੇ ਸਿੱਖ ਭਾਈ ਸਾਧਾਰਨ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਗੁਰੂ ਕੇ ਅਨੇਕਾਂ ਪਿਆਰੇ ਜਿਹੜੇ ਸੀ ਭੱਜ ਕੇ ਝਾੜੀਆਂ ਦੇ ਓਲੇ ਜਾ ਕੇ ਲੁਕਾਏ। ਜੇ ਟਿਕੇ ਰਹਿ ਗਏ ਕੇਵਲ ਭਾਈ ਲੈਣਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ। ਤੇ ਗਰੀਬ ਨਵਾਜ਼ ਸਾਹਿਬ ਕਹਿਣ ਲੱਗੇ ਸਿੱਖਾ ਤੂੰ ਨਹੀਂ ਜਾਂਦਾ, ਲੈਣਿਆਂ ਸਾਰੇ ਆਪਣੇ ਘਰਾਂ ਨੂੰ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਹੱਥ ਜੋੜ ਕੇ ਕਹਿੰਦੇ ਬਾਬਾ ਜਿਨ੍ਹਾਂ ਦੇ ਘਰ ਸੀ ਉਹ ਆਪਣੇ ਘਰਾਂ ਨੂੰ ਚਲੇ ਗਏ, ਮੇਰਾ ਘਰ ਤੇ ਤੁਹਾਡੇ ਚਰਨ ਕਮਲ ਨੇ ਪਾਤਸ਼ਾਹ, ਮੈਂ ਤੁਹਾਨੂੰ ਛੱਡ ਕੇ ਕਿੱਥੇ ਜਾ ਸਕਦਾ? ਕਹਿਣ ਤੋਂ ਭਾਵ ਸੀ ਘਰ ਦਾ ਅਰਥ ਹੁੰਦਾ ਆਸਰਾ। ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ, ਉਹ ਚਲੇ ਗਏ ਭੱਜ ਗਏ। ਮਾਲਕਾ ਮੈਨੂੰ ਤੇਰੇ ਤੋਂ ਬਿਨਾਂ ਆਸਰਾ ਹੀ ਕੋਈ ਨਹੀਂ, ਮੈਂ ਤੇਰੇ ਚਰਨਾਂ ਕਮਲਾਂ ਵਿੱਚ ਰਹਿਣਾ। ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜੇ ਇੰਨਾ ਹੀ ਭਰੋਸਾ ਹੈ ਤੇ ਚੱਲ ਫਿਰ ਲੱਗੇ ਜੀ 7 ਬਚਨ। ਉਸ ਮੁਰਦੇ ਦੀਆਂ ਪਰਿਕਰਮਾ ਕਰਨ ਲੱਗ ਪਏ, ਘੁੰਮੀ ਜਾਣ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਘੁੰਮੀ ਕੋ ਜਾਂਦਾ ਖਾਂਦਾ ਕਿਉਂ ਨਹੀਂ? ਕਹਿਣ ਲੱਗੇ ਜੀ ਤੁਹਾਡੇ ਹੁਕਮ ਦੀ ਉਡੀਕ ਕਰ ਰਹੇ ਹਾਂ, ਕਿਹੜੇ ਪਾਸੋਂ ਖਾਵਾਂ? ਸਾਹਿਬ ਕਹਿਣ ਲੱਗੇ ਜਿੱਥੇ ਖੜਾ ਇਧਰੋਂ ਖਾਣਾ ਸ਼ੁਰੂ ਕਰ। ਇਉਂ ਲੱਗਦਾ ਸੀ ਜਿਵੇਂ ਮੁਰਦੇ ਦੇ ਪੈਰਾਂ ਵਾਲੇ ਪਾਸੇ ਖੜੇ ਹੋਣ। ਗੁਰੂ ਪਾਤਸ਼ਾਹ ਜੀ ਦਾ ਬਚਨ ਮੰਨ ਕੇ 7 ਬਚਨ ਕਹਿੰਦੇ ਆ ਬਸਤਰ ਉਤਾਰਿਆ ਤੇ ਜਦੋਂ ਕੋਈ ਮੁਰਦਾ ਸਰੀਰ ਨਹੀਂ, ਗੁਰੂ ਬਾਬੇ ਦਾ ਅਨੋਖਾ ਕੌਤਕ ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ। ਕੜਾਹ ਪ੍ਰਸ਼ਾਦ ਦਾ ਲੇਪ ਇਸ ਤਰ੍ਹਾਂ ਬਣਾਇਆ ਹੋਇਆ ਸੀ ਜਿਵੇਂ ਮੁਰਦਾ ਸਰੀਰ ਪਿਆ ਹੋਵੇ, ਉੱਤੇ ਬਸਤਰ ਪਾਇਆ ਹੋਵੇ। ਗੁਰੂ ਬਾਬੇ ਦਾ ਪਰਚੇ ਬੜੇ ਪਾਏ। ਸਾਹਿਬ ਸੱਚੇ ਪਾਤਸ਼ਾਹ ਦੇ ਹਰ ਪਰਚੇ ਦੇ ਖਰੇ ਉੱਤੇ ਭਾਈ ਲੈਣਾ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਨੇ ਘੁੱਟ ਕੇ ਗੱਲ ਵਕੜੀ ਵਿੱਚ ਲਿਆ, ਛਾਤੀ ਨਾਲ ਲਾਇਆ। ਕਹਿਣ ਲੱਗੇ ਰਹਿਣਿਆ ਮੈਂ ਆਪਣਾ ਘਰ ਬਣਾਇਆ ਨਾ, ਤੇ ਮੈਂ ਵੀ ਕਿੰਨੇ ਦਿਨਾਂ ਤੋਂ ਲਿਆ ਸੀ ਕਿ ਮੈਨੂੰ ਵੀ ਕੋਈ ਹਿਰਦਾ ਰੂਪੀ ਘਰ ਮਿਲ ਜਾਏ ਬੈਠਣ ਵਾਸਤੇ। ਆ ਤੂੰ ਮੈਨੂੰ ਆਪਣਾ ਘਰ ਬਣਾਇਆ, ਮੈਂ ਤੈਨੂੰ ਆਪਣਾ ਘਰ ਬਣਾ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਉਸ ਦਿਨ ਕਿਰਪਾ ਕੀਤੀ, ਇਸ਼ਨਾਨ ਪਾਨ ਕਰਵਾਇਆ, ਨਵੇਂ ਵਸਤਰ ਪਹਿਨਾਏ। ਇਹ 1539 ਸਨ ਦੀ ਗਾਥਾ ਹੈ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਲਗਭਗ 7 ਸਾਲ ਦੀ ਸੇਵਾ ਕਮਾਉਣ ਤੋਂ ਬਾਅਦ, ਘਾਲਣ ਤੋਂ ਬਾਅਦ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਆਪਣੇ ਤਖਤ ਤੇ ਬਿਠਾ ਦਿੱਤਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਬਿਠਾ ਕੇ 5 ਪੈਸੇ ਨਾਲੀਰ ਭੇਟ ਕੀਤੇ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਰਿਕਰਮਾ ਕਰਦਿਆਂ ਹੋਇਆਂ ਨਮਸਕਾਰ ਕੀਤੀ ਤੇ ਸਮੂਤੀਆਂ ਸੰਗਤਾਂ ਨੂੰ ਸੰਬੋਧਨ ਹੋ ਕੇ ਬਚਨ ਕੀਤੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਅੱਜ ਤੋਂ ਸਾਡਾ ਰੂਪ ਭਾਈ ਲੈਣੇ ਨੂੰ ਇਹ ਅਸੀਂ ਆਪਣੇ ਅੰਗਾਂ ਤੋਂ ਇਹਨੂੰ ਅੰਗਦ ਬਣਾਇਆ। ਸਾਡਾ ਦੂਜਾ ਰੂਪ ਇਹਨਾਂ ਨੂੰ ਜਾਣਨਾ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਵਿੱਚ ਤੇ ਇਹਦੇ ਵਿੱਚ ਕੋਈ ਅੰਤਰ ਨਹੀਂ, ਕੋਈ ਭਿੰਨ ਭੇਦ ਨਹੀਂ। ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਰਬਾਬੀਆਂ ਨੇ ਵੀ ਸਾਹਿਬ ਦੇ ਘਰ ਦੀ ਕੀਰਤੀ ਕਰ, ਨਾਨਕ ਤੂੰ ਲੈਣਾ ਤੂੰ, ਨਾਨਕ ਵੀ ਤੂੰ ਹੈ ਤੇ ਲੈਣਾ ਵੀ ਤੂੰ, ਤੇਰੇ ਵਿੱਚ ਕੋਈ ਅੰਤਰ ਨਹੀਂ, ਗੁਰੂ ਅੰਮ੍ਰਿਤ ਨੂੰ ਵਿਚਾਰੇ। ਐਸੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਆਪਿਆ ਲੈਣਾ ਜੀਂਦਾ ਗੁਰਿਆਈ ਸਿਰ ਛਤਰ ਫਿਰਾਇਆ। ਗੁਰੂ ਪਾਤਸ਼ਾਹ ਜੀ ਦੀ ਦਾਤ ਦਿੱਤੀ। ਬਿਲਕੁਲ ਸੰਗਤਾਂ ਨੇ ਚਰਨਾਂ ਤੇ ਸੀਸ ਝੁਕਾਏ ਤੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਹੋਰ ਵੀ ਨਾਲ ਪਰਚਾ ਪਾਇਆ। ਕਹਿਣ ਲੱਗੇ ਹੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਜੀਓ, ਆਪ ਕਰਤਾਰਪੁਰ ਨੂੰ ਛੱਡ ਕੇ ਖਹਿਰਿਆਂ ਦੇ ਖਡੂਰ ਚਲੇ ਜਾਓ, ਉੱਥੇ ਜਾ ਕੇ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰੋ।
ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਏ। ਜੋਤ ਜਗਾ। ਖਡੂਰ ਸਾਹਿਬ ਦੀ ਧਰਤੀ ਤੇ ਜਿੱਥੇ 8 ਗੁਰੂ ਸਾਹਿਬਾਨ ਜੀ ਦੇ ਚਰਨ ਪਏ ਨੇ, ਇਹ ਧਰਤੀ ਤੇ ਕਰਤਾਰਪੁਰ ਤੋਂ ਲੈ ਕੇ ਕੀ ਆਏ ਨੇ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਬਾਣੀ, ਗੁਰੂ ਨਾਨਕ ਮਹਾਰਾਜ ਜੀ ਦੀ ਜੋਤ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੁਕਮ, ਉਹ ਇਲਾਹੀ ਜੋਤ 1539 ਤੋਂ ਲੈ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ 1552 ਤੱਕ ਲਗਭਗ 13 ਸਾਲ ਖਡੂਰ ਸਾਹਿਬ ਦੀ ਧਰਤੀ ਤੇ ਗੁਰਬਾਣੀ ਦਾ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਜਿਹਦੇ ਵਿੱਚ ਗੁਰੂ ਬਾਬੇ ਦੀ ਬਾਣੀ ਦਾ ਪ੍ਰਚਾਰ ਕਰਦਿਆਂ ਆਪ ਵੀ ਸਾਹਿਬ ਨੇ ਅੰਮ੍ਰਿਤਮਈ ਪਾਵਨ ਬਾਣੀ ਦੇ ਤੁਰ ਦਰਗਾਹੀ ਸ਼ਲੋਕ ਉਚਾਰਨ ਕੀਤੇ, ਜੋ ਵੱਖ-ਵੱਖ ਵਾਰਾਂ ਦੇ ਵਿੱਚ ਅੰਕਿਤ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ। ਜੀ ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਹਾਨ ਕਾਰਜ ਕਰਦਿਆਂ ਹੋਇਆਂ ਗਰੀਬ ਨਵਾਜ਼ ਸਤਿਗੁਰੂ ਜੀ ਨੇ ਸਾਨੂੰ 35 ਅੱਖਰੀ ਦੀ ਸੁਧਾਈ ਕਰਕੇ ਗੁਰਮੁਖੀ ਲਿਪੀ ਦੀ ਉਹ ਬਖਸ਼ਿਸ਼ ਕੀਤੀ, ਜਿਹਨੂੰ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਪਹਿਲੀ ਪੰਜਾਬੀ ਦੀ ਜਿਹੜੀ ਯੂਨੀਵਰਸਿਟੀ ਹੈ, ਪਹਿਲਾ ਪੰਜਾਬੀ ਦਾ ਜਿਹੜਾ ਸਕੂਲ ਹੈ, ਉਹ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਜੀ ਨੇ ਆਰੰਭ ਕੀਤਾ। ਬਿਲਕੁਲ। ਸਤਿਗੁਰੂ ਆਪ ਬਾਲ ਬੋਧ ਲਿਖ ਕਰਕੇ ਬੱਚਿਆਂ ਨੂੰ ਵੰਡਦੇ ਸਨ, ਪੜਾਉਂਦੇ ਹੁੰਦੇ ਸਨ। ਫਿਰ ਇਹਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੱਲ ਅਖਾੜੇ ਵੀ ਆਰੰਭ ਕੀਤੇ। ਮੱਲ ਅਖਾੜਿਆਂ ਤੋਂ ਭਾਵ ਜਿੱਥੇ ਕੁਸ਼ਤੀਆਂ ਹੁੰਦੀਆਂ ਨੇ, ਜਿੱਥੇ ਕਬੱਡੀਆਂ ਹੁੰਦੀਆਂ ਨੇ, ਜਿੱਥੇ ਸਰੀਰ ਦੀਆਂ ਕਸਰਤਾਂ ਕੀਤੀਆਂ ਜਾਂਦੀਆਂ ਨੇ, ਪਹਿਲਵਾਨ ਘੁਲਦੇ ਨੇ, ਸਰੀਰ ਦਾ ਜਿਹੜਾ ਉਹ ਦੇਖਿਆ ਜਾਂਦਾ, ਪੈਦਾ ਕੀਤਾ ਜਾਂਦਾ। ਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਕੋਲ ਜਿੱਥੇ ਪਹਿਲਵਾਨ ਆ ਕੇ, ਨੌਜਵਾਨ ਆ ਕਰਕੇ ਕੁਸ਼ਤੀਆਂ ਕਰਦੇ ਸਨ, ਤੇ ਗੁਰੂ ਬਾਬੇ ਦਾ ਇੱਕ ਨਿਸ਼ਾਨਾ ਸੀ ਕਿ ਸਾਡੀ ਨੌਜਵਾਨੀ ਗੁਰਮੁਖੀ ਲਿਪੀ ਪੜ੍ਹਾਈ ਦੇ ਵਿੱਚ, ਵਿਦਿਆ ਦੇ ਵਿੱਚ ਮਾਹਰ ਹੋ ਜਾਏ, ਤੇ ਦੂਜੇ ਨੰਬਰ ਤੇ ਨਾਲ ਇਸ ਨੌਜਵਾਨੀ ਨੂੰ ਨਸ਼ੇ ਤੋਂ ਬਚਾਇਆ ਜਾਏ। ਇਹ ਕਸਰਤਾਂ ਕਰਨਗੇ, ਸਰੀਰ ਦੀ ਸੰਭਾਲ ਕਰਨਗੇ। ਭਾਈ ਮਲੂਕੀ ਚੌਧਰੀ ਦੀ ਸਾਖੀ ਰਾਹੀਂ ਵੀ, ਉਹਦੇ ਜੀਵਨ ਦੇ ਰਾਹੀਂ ਗੁਰੂ ਮਾਲਕ ਨੇ ਸੇਧ ਦਿੱਤੀ ਕਿ ਜੇਕਰ ਸ਼ਰਾਬ ਦਾ ਜੀਵ ਸੇਵਨ ਕਰਦਾ ਤੇ ਮਿਰਗੀ ਵਰਗਾ ਭੈੜੇ ਤੋਂ ਭੈੜਾ ਰੋਗ ਜੀਵ ਨੂੰ ਗ੍ਰਸ ਲੈਂਦਾ, ਤੇ ਜੇ ਗੁਰੂ ਬਚਨਾਂ ਅਨੁਸਾਰ ਛੱਡ ਦਿੰਦਾ, ਮਿਰਗੀ ਦਾ ਰੋਗ ਹਟਿਆ ਰਹਿੰਦਾ। ਤੇ ਜੇ ਫਿਰ ਆਪਣੇ ਮਿੱਤਰਾਂ ਦੇ, ਭੈੜਿਆਂ ਦੇ ਆਖੇ ਲੱਗ ਕਰਕੇ ਫਿਰ ਸੇਵਨ ਕਰਦਾ, ਤੇ ਉਹ ਮਲੂਕਾ ਚੌਧਰੀ ਜਿਹੜਾ ਹੈ, ਉਹ ਉੱਚੀ ਅਟਾਰੀ ਤੋਂ ਭੁਆਂਚੜੀ ਖਾ ਕੇ ਡਿੱਗਦਾ, ਮੌਤ ਹੁੰਦੀ। ਕਹਿਣ ਤੋਂ ਭਾਵ ਇਹ ਹੈ ਵੀ ਸ਼ਰਾਬ ਵਰਗੇ ਨਸ਼ੇ ਜਿਹੜੇ, ਇਹਨਾਂ ਤੋਂ ਵੀ ਗੁਰੂ ਮਾਲਕ ਨੇ ਸਾਨੂੰ ਵਰਜਿਆ। ਗੁਰਬਾਣੀ ਅੰਦਰ ਫਰਮਾਨ ਵੀ ਆ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਕਿ ਜਿੱਥੋਂ ਤੱਕ ਉਹ ਹੋ ਸਕੇ ਜੀਵ ਇਹਦਾ ਸੇਵਨ ਨਾ ਕਰੇ, ਇਹਦੇ ਨੇੜੇ ਜਾਏ। ਬੜਾ ਭੈੜਾ ਨਸ਼ਾ ਸ਼ਰਾਬ ਦੇ ਅੱਖਰੀ ਅਰਥ ਜਿਹੜੇ ਨੇ, ਸਰਗਮ ਆਬ, ਸ਼ਰਾਰਤਾਂ ਦਾ ਪਾਣੀ। ਇਹ ਨਾ ਆਪਣੇ ਦੀ ਪਛਾਣ ਰਹਿਣ ਦਿੰਦਾ, ਨਾ ਬਗਾਨੇ ਦੀ ਪਛਾਣ ਰਹਿਣ ਦਿੰਦਾ, ਗੁਰੂ ਪੀਰ ਦਾ ਵੀ ਸਤਿਕਾਰ ਜਿਹੜਾ ਹੈ ਨਹੀਂ ਕਰਨ ਦਿੰਦਾ। ਐਸੀ ਭੈੜੀ ਆਬਾਦੀ ਜੀਵਨ ਵਿੱਚ ਜੇ ਲੱਗ ਜਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਮਾਤਾ ਖੀਵੀ ਜੀ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਪ੍ਰਸਾਰ ਦੇ ਅੰਦਰ। ਉਹਨਾਂ ਨੇ ਲੰਗਰਾਂ ਵਿੱਚ ਜਿੱਥੇ ਸਾਦੇ ਭੋਜਨ ਬਣਦੇ ਸਨ, ਗੁਰੂ ਦੀਆਂ ਸਿੱਖ ਸੰਗਤਾਂ ਆਉਂਦੇ ਜਾਂਦੇ, ਉਹਨਾਂ ਦੀ ਟਹਿਲ ਸੇਵਾ ਹੁੰਦੀ ਸੀ, ਉਸ ਲੰਗਰ ਦੇ ਵਿੱਚ ਨਾਲ ਉਹਨਾਂ ਨੇ ਘਿਆਲੀ ਖੀਰ ਬਣਾ ਕੇ ਵਰਤਾਉਣੀ ਸ਼ੁਰੂ ਕੀਤੀ। ਜੇ ਸਰੀਰ ਦੀ ਵਰਜਿਸ਼ ਕਰਨੀ ਆ, ਕਸਰਤ ਕਰਨੀ ਆ, ਨੌਜਵਾਨਾਂ ਨੂੰ ਪਹਿਲਵਾਨ ਬਣਾਉਣਾ, ਚੰਗੇ ਸਰੀਰ ਸੁਡੌਲ ਚਾਹੀਦੇ ਨੇ, ਉੱਥੇ ਨਾਲ ਚੰਗੀ ਖੁਰਾਕ, ਪੌਸ਼ਟਿਕ ਤੱਤ ਵੀ ਚਾਹੀਦੇ। ਦੋ ਲੰਗਰ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਸਮੇਂ ਵਰਤਦੇ ਰਹੇ, ਤੇ ਅੱਜ ਵੀ ਗੁਰੂ ਦੀ ਕਿਰਪਾ ਨਾਲ ਉਹ ਲੰਗਰ ਚੱਲਦੇ ਨੇ। ਤੇ ਉਹਨਾਂ ਲੰਗਰਾਂ ਦਾ ਗੁਰਬਾਣੀ ਦੇ ਅੰਦਰ ਭੱਟਾ ਵਾਹਿਗੁਰੂ ਗੁਰੂ ਕੇ ਰਬਾਬੀਆਂ ਨੇ ਕੀਤਾ, ਭਾਈ ਸਤਿ ਤੇ ਬਲਵੰਡ ਜੀ। ਪਹਿਲੇ ਲੰਗਰ ਦਾ ਜ਼ਿਕਰ ਹੈ ਜੀ, ਲੰਗਰ ਚੱਲੈ ਗੁਰ ਸ਼ਬਦ ਹਾਰ, ਤੋਟ ਨਾ ਆਵੀ ਖਟੀਏ। ਅੰਗਦ ਦੇਵ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਸ਼ਬਦ ਦਾ ਲੰਗਰ ਚਲਾਉਂਦੇ ਸਨ ਜੀ। ਤੇ ਮਾਤਾ ਖੀਵੀ ਜੀ ਨੇ ਜਿਹੜਾ ਲੰਗਰ ਦੇ ਵਿੱਚ ਘਿਆਲੀ ਖੀਰ ਬਣਾ ਕੇ ਵਰਤਾਉਣੀ ਸ਼ੁਰੂ ਕੀਤੀ, ਉਹਦਾ ਵੀ ਜ਼ਿਕਰ ਬਲਵੰਡ ਜੀ ਨੇ ਕੀਤਾ। ਕਹਿੰਦੇ ਬਲਵੰਡ ਖੀਵੀ ਨੇਕ ਜਾਨ ਜਨ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆ।
ਐਸੇ ਲੰਗਰ ਜਿਹੜੇ ਅੱਜ ਵੀ ਗੁਰੂ ਕਿਰਪਾ ਦੇ ਦੁਆਰਾ ਖਡੂਰ ਸਾਹਿਬ ਦੀ ਧਰਤੀ ਤੇ ਵਰਤਦੇ ਨੇ। ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਆ ਕਰਕੇ ਦਰਸ਼ਨ ਕਰਦੀਆਂ ਨੇ। ਜੀ ਧੰਨ ਜੀ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਇਸੇ ਧਰਤੀ ਤੇ ਹਮਾਂਜੂ ਵਰਗੇ ਬਾਦਸ਼ਾਹ ਦਾ ਹੰਕਾਰ ਵੀ ਤੋੜਿਆ, ਜਿਹੜਾ ਸ਼ੇਰਸ਼ਾਹ ਬਿਲਕੁਲ। ਸੂਰੀ ਦੇ ਕੋਲੋਂ ਹਾਰ ਖਾ ਕੇ ਆਇਆ ਆਹ, ਤੇ ਪੁੱਛਦਾ ਪੁਛਾਉਂਦਾ ਤੇ ਇਹ ਆਇਆ ਸੀ ਵੀ ਸਾਡੇ ਵੱਡਿਆਂ ਨੂੰ ਜਿਹੜੀ ਉਹ ਬਖਸ਼ਿਸ਼ ਮਿਲੀ ਸੀ ਗੁਰੂ ਨਾਨਕ ਦੇ ਘਰ ਤੋਂ, ਤੇ ਮੈਂ ਪੁੱਛਾਂ ਦੇਖਣਾ ਚਾਹੁੰਦਾ ਵੀ ਮੇਰੇ ਕੋਲੋਂ ਖੁਸ਼ੀ ਕਿਉਂ ਆ। ਆਇਆ ਵੀ ਇਸ ਬਾਤ ਤੇ ਸੀ, ਪਰ ਆ ਕੇ ਉਹ ਅਜੇ ਵੀ ਮਾਣ ਹੰਕਾਰ ਨਹੀਂ ਗਿਆ ਵੀ ਮੈਂ ਤੇ ਹਾਰ ਗਿਆ, ਪਰ ਆਪਣੇ ਆਪ ਨੂੰ ਅਜੇ ਵੀ ਬਾਦਸ਼ਾਹ ਸਮਝਦਾ। ਗੁਰੂ ਜੀ। ਪਾਤਸ਼ਾਹ ਮਹਾਰਾਜ ਬਾਲਾਂ ਨੂੰ ਪੜਾਉਣ ਦੇ ਵਿੱਚ ਮਗਨ ਸਨ, ਉਹਦੇ ਵੱਲ ਧਿਆਨ ਨਾ ਦਿੱਤਾ। ਥੋੜੀ ਦੇਰ ਬਾਅਦ ਰੋਕ ਕਰਕੇ ਉਹਨੇ ਆਪਣੀ ਹੇਠੀ ਸਮਝੀ, ਅਨਾਦਰ ਸਮਝਿਆ। ਕਿਰਪਾਨ ਦੀ ਮੁੱਠ ਤੇ ਹੱਥ ਪਾਉਣ ਲੱਗਾ, ਮਨ ਵਿੱਚ ਵਿਚਾਰਿਆ ਵੀ ਇਹ ਫਕੀਰ ਦੀ ਧੌਣ ਲਾ ਦੇਣੀ ਚਾਹੀਦੀ। ਇਹਨੂੰ ਪਤਾ ਨਹੀਂ ਬਾਦਸ਼ਾਹ ਆ, ਉਹਦਾ ਸਤਿਕਾਰ ਸਨਮਾਨ ਕਿਵੇਂ ਕਰੀਦਾ। ਜੀ ਤੇ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਅੰਤਰਜਾਮੀ ਉਸੇ ਵੇਲੇ ਗਰਜਵੀਂ ਆਵਾਜ਼ ਵਿੱਚ ਕਹਿਣ ਲੱਗੇ, ਹਮਾਂਜੂ, ਜਿੱਥੇ ਤਲਵਾਰ ਚਲਾਉਣ ਦੀ ਲੋੜ ਸੀ ਉੱਥੇ ਖੁੰਡੀ ਕਿਉਂ ਹੋ ਗਈ, ਤੇ ਜਿੱਥੇ ਹੁਣ ਤੂੰ ਇਹਦੀ ਮੁੱਠ ਤੇ ਹੱਥ ਪਾ ਰਿਹਾ, ਇਹਨਾਂ ਫਕੀਰਾਂ ਨੇ ਤੇਰਾ ਕੀ ਵਿਗਾੜਿਆ ਹੋਇਆ। ਇੱਥੇ ਤੇ ਲੋਕ ਨਿਮਰਤਾ ਭਾਵ ਨਾਲ ਆ ਕੇ ਗੁਰੂ ਨਾਨਕ ਦੇ ਘਰ ਵਿੱਚੋਂ ਰਹਿਮਤਾਂ ਨਾਲ ਝੋਲੀਆਂ ਭਰਦੇ ਨੇ, ਤੇ ਵੀ ਬਾਦਸ਼ਾਹੀ ਦਾ ਹੰਕਾਰ ਲੈ ਕੇ ਫਿਰ ਜਿੱਥੇ ਨਿਮਰਤਾ ਦਿਖਾਉਣੀ ਸੀ ਉੱਥੇ ਹੁਣ ਤੂੰ ਆਪ ਕੇ ਜ਼ੋਰ ਆਪਣਾ ਦਿਖਾਉਣ ਲੱਗਾ, ਜਿੱਥੇ ਜ਼ੋਰ ਦਿਖਾਉਣਾ ਸੀ ਉੱਥੋਂ ਭੱਜ ਆਇਆ। ਹੰਕਾਰ ਚੂਰ ਚੂਰ ਹੋ ਗਿਆ, ਸਾਹਿਬ ਦੇ ਚਰਨਾਂ ਤੇ ਟਹਿ ਪਿਆ। ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਤੇ ਇਹ ਪੁੱਛਣ ਆਇਆ ਸੀ ਮੇਰੇ ਕੋਲੋਂ ਰਾਜ ਭਾਗ ਕਿਉਂ ਖੁੱਸਿਆ, ਫਿਰ ਕਦੋਂ ਮਿਲ ਸਕਦਾ। ਸਾਹਿਬ ਕਹਿਣ ਲੱਗੇ ਜੇ ਨਿਮਰਤਾ ਨਾਲ ਆਉਂਦਾ ਤੇ ਹੁਣੇ ਹੀ ਦੇ ਦਿੰਦੇ, ਪਰ ਫਿਰ ਵੀ ਜੇ ਤੂੰ ਨਿਮਰਤਾ ਨਾਲ ਹੁਣ ਝੁਕ ਗਿਆ ਨਾ ਤੇ ਜਾ ਚਲਾ ਜਾ, ਫੌਜ ਇਕੱਠੀ ਕਰ, ਮਾਲਕ ਕਿਰਪਾ ਕਰੇਗਾ। ਆਉਣ ਵਾਲੇ ਸਮੇਂ ਵਿੱਚ ਬੜੀ ਜਲਦੀ ਤੈਨੂੰ ਰਾਜ ਭਾਗ ਫਿਰ ਪ੍ਰਾਪਤ ਹੋ ਜਾਏਗਾ। ਗੁਰੂ ਦਾ ਘਰ ਬੜਾ ਬਖਸ਼ਿੰਦ ਹੈ। ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਧਰਤੀ ਤੇ ਲਗਭਗ 13 ਸਾਲ ਬੜੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਵਰਤਾਉਂਦਿਆਂ ਹੋਇਆਂ, ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਇਸੇ ਧਰਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਤੀਸਰੇ ਪਾਤਸ਼ਾਹ, ਉਹਨਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਲਗਭਗ 12 ਸਾਲ ਘਾਲਣਾ ਘਾਲੀ, ਤੇ ਇਸੇ ਧਰਤੀ ਤੇ ਗੁਰੂ ਪਾਤਸ਼ਾਹ ਜੀ ਨੇ ਤਿੰਨਾਂ ਨੂੰ 12 ਵਾਰ ਬਖਸ਼ਿਸ਼ ਕਰਦਿਆਂ ਨਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਧਰਿਆਂ ਦੀ ਧਿਰ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ ਤੇ ਆਦਿਕ 12 ਵਾਰ ਬਖਸ਼ਿਸ਼ ਕਰਦਿਆਂ ਹੋਇਆਂ ਗੁਰਤਾ ਗੱਦੀ ਦੀ ਦਾਤ ਦਿੱਤੀ। ਤਿੰਨਾਂ ਨੂੰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਿਗੁਰੂ ਜੀ ਬਣਾਇਆ। ਇਹ ਪਾਵਨ ਧਰਤੀ ਜਿਹੜੀ 8 ਗੁਰੂ ਸਾਹਿਬਾਨ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ, 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਇਹ ਧਰਤੀ ਨੇ ਮਾਣੀ ਆ, ਤੇ ਅੱਜ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਆ ਕੇ ਨਮਸਤਕ ਹੁੰਦੀਆਂ ਨੇ, ਦੀਦਾਰ ਕਰਦੀਆਂ ਨੇ, ਨਿਹਾਲ ਹੁੰਦੀਆਂ ਨੇ। ਐਸੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਦੀ ਕੀਰਤੀ ਵਿੱਚ ਹਰ ਰੋਜ਼ ਸੰਗਤਾਂ ਪੜ੍ਹਦੀਆਂ ਨੇ। ਸੋ ਕਹੋ ਟਾਲ ਸੇਵੀ ਹੈ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਐਸੇ ਸਾਹਿਬ ਨੇ ਫੇਰ ਵਸਾਇਆ ਫੇਰ ਆਣ, ਸਤਿਗੁਰ ਖਡੂਰ। ਐਸੇ ਸਾਹਿਬ ਸੱਚੇ ਪਾਤਸ਼ਾਹ ਦੀ ਧਰਤੀ ਨੂੰ ਕੋਟ ਕੋਟ ਪ੍ਰਣਾਮ ਕਰੀਏ, ਤੇ ਸਾਹਿਬਾਂ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਲੱਖ 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 ਵਧਾਈਆਂ ਹੋਣ। ਤੇ ਦਾਸ ਇੱਕ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਕਿ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਜੀ, ਆਪ ਜੀ ਦਾ ਬੜਾ ਸੋਹਣਾ ਇਹ ਉਪਰਾਲਾ ਹੈ ਕਿ ਜੋ ਆਪ ਨੇ ਨੈਟ ਦੇ ਜ਼ਰੀਏ ਇਸ ਸਿੱਖ ਸੰਗਤਾਂ ਤੱਕ ਗੁਰੂ ਮਾਲਕ ਦੇ ਸਿਧਾਂਤ ਨੂੰ, ਉਹਨਾਂ ਦੀ ਜੀਵਨੀ ਨੂੰ ਪਹੁੰਚਾਉਣ ਦਾ ਯਤਨ ਕੀਤਾ। ਨੈਟ ਦੇ ਜ਼ਰੀਏ ਤੁਸੀਂ ਇਹ ਰਾਬਤਾ ਕਾਇਮ ਕੀਤਾ, ਕਿਉਂਕਿ ਅੱਜ ਜਿਹੜਾ ਇਹ ਅਣਦਿਸਦਾ ਇੱਕ ਅਣੂ ਹੈ, ਅਣਦਿਸਦਾ ਜਿਹੜਾ ਛੋਟਾ ਜਿਹਾ ਜੀਵ ਕਰੋਨਾ ਵਾਇਰਸ ਹੈ, ਉਹਦੇ ਪ੍ਰਤੀ ਅਸੀਂ ਇਉਂ ਕਹਿ ਸਕਦੇ ਹਾਂ ਸਾਹਿਬ ਦੇ ਬਚਨਾਂ ਅਨੁਸਾਰ ਕਿ ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲੱਖ। ਖੁੱਲੇ ਨੇਤਰਾਂ ਦੇ ਨਾਲ ਉਹ ਦਿਸ ਨਹੀਂ ਰਿਹਾ ਸਾਨੂੰ, ਪਰ ਸਮੁੱਚੇ ਵਰਲਡ ਦੇ ਅੰਦਰ ਉਹਨੇ ਲੁਕਾਈ ਨੂੰ ਭਾਜਣਾ ਪਾ ਕੇ ਰੱਖ ਦਿੱਤੀਆਂ, ਅੰਦਰਾਂ ਵਿੱਚ ਬੰਦ ਕਰਕੇ ਰੱਖ ਦਿੱਤਾ। ਮੌਤਾਂ ਦੇ ਜਿਹੜੇ ਸਰੀਰਾਂ ਦੇ ਦੇਹੀਆਂ ਦੇ ਢੇਰ ਲਾ ਕੇ ਰੱਖ ਦਿੱਤੇ ਨੇ। ਮਾਲਕ ਕਿਰਪਾ ਕਰੇ, ਰਹਿਮਤ ਕਰੇ। ਜੇ ਅਣਦਿਸਦਾ ਜੀਵ ਇਸ ਤਰ੍ਹਾਂ ਇਹ ਕੌਤਕ ਵਰਤਾ ਸਕਦਾ ਹੈ, ਤੇ ਅਣਦਿਸਦਾ ਮਾਲਕ ਜਿਹੜਾ ਉਹੀ ਇਹ ਤੋਂ ਹੱਥ ਦੇ ਕੇ ਬਚਾ ਸਕਦਾ ਹੈ। ਇਹਦੇ ਅੱਗੇ ਦੇਖੋ ਸਾਹਿਬ ਦਾ ਇੱਕ ਇਸ਼ਾਰਾ ਹੀ ਹੈ, ਜਿਹਦੇ ਅੱਗੇ ਸਾਡੇ ਸਾਰੇ ਜਿਹੜੇ ਯਤਨ ਨੇ, ਸਾਡਾ ਧਨ, ਬਲ, ਸਾਡੀ ਸਿਆਣਪ ਚਤੁਰਾਈ, ਸਭ ਕੁਝ ਅੱਜ ਜਿਹੜਾ ਉਹ ਅਸਫਲ ਹੋ ਗਿਆ।
ਕੋਈ ਇਹਦੇ ਅੱਗੇ ਕਾਮਯਾਬ ਨਹੀਂ ਆ। ਦਿਨ ਰਾਤ ਫਿਰ ਵੀ ਸਾਡੇ ਡਾਕਟਰ ਵਿਗਿਆਨਕ ਲੋਕ ਦਿਨ ਰਾਤ ਪੱਬਾਂ ਭਾਰ ਹੋਏ ਨੇ। ਮਾਲਕ ਕਿਰਪਾ ਕਰੇ, ਰਹਿਮਤ ਕਰੇ, ਜਗਤ ਦਾ ਭਲਾ ਕਰੇ। ਅਸੀਂ ਅਰਦਾਸ ਬਿਲਕੁਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਹੀ ਆਪਾਂ ਕਰ ਸਕਦੇ ਹਾਂ ਇਸ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਜਿਤ ਦੁਆਰੇ ਉਭਰੇ ਤੇ ਪਹਿਲੇ ਉਬਾਰ। ਉਹਦੇ ਅੱਗੇ ਤਰਲੇ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ, ਕਿਉਂਕਿ ਜਿਸ ਸਾਹਿਬ ਜਿਸ ठाकुर ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਉਹਦੇ ਅੱਗੇ ਨਮਸਕਾਰ ਹੀ ਕਰ ਸਕਦੇ ਹਾਂ, ਅਰਦਾਸ ਹੀ ਕਰ ਸਕਦੇ ਹਾਂ ਜੀ। ਉਸ ਤੋਂ ਬਿਨਾਂ ਸਾਡੇ ਕੋਲ ਕੋਈ ਯਤਨ ਨਹੀਂ ਆ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਬਿਲਕੁਲ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸ ਔਖੇ ਸਮੇਂ ਦੇ ਵਿੱਚ ਆਪਾਂ ਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਮ ਦੀ ਟੇਕ ਰੱਖੀਏ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਨਾਲ ਜੁੜੀਏ। ਬੇਅੰਤ ਸੰਗਤਾਂ ਗੁਰੂ ਕੀ ਬਾਣੀ ਦੇ ਨਾਲ ਜੁੜ ਰਹੀਆਂ ਨੇ। ਸੰਗਤ ਟੀਵੀ ਦੇ ਜ਼ਰੀਏ ਵੀ ਅਸੀਂ ਨਿਰੰਤਰ ਕੋਸ਼ਿਸ਼ ਕਰਦੇ ਪਏ ਕਿ ਆਪ ਗੁਰੂ ਚਰਨਾਂ ਦੇ ਨਾਲ ਜੁੜੋ, ਸਾਹਿਬ ਦੀ ਉਸ ਬੰਦਗੀ ਦੇ ਨਾਲ ਜੁੜੋ। ਨਾਲ ਹੀ ਨਾਲ ਸਹਿਜ ਪਾਠ ਜੋ ਹਨ ਉਹ ਹੁਣ ਮੌਜੂਦਾ ਤੌਰ ਤੇ ਜਿਵੇਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਚੱਲਦੇ ਪਏ ਨੇ। 3 ਤਰੀਕ ਨੂੰ ਉਸ ਦੇ ਭੋਗ ਵੀ ਪੈਣੇ ਨੇ। ਉਸ ਬਾਣੀ ਨੂੰ ਸਰਵਣ ਕਰਕੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਦਰੇ ਰਹਿਮਤ ਪ੍ਰਾਪਤ ਕਰੀਏ। ਸੋ ਆ ਸਮਾਂ ਇਵੇਂ ਦਾ ਕਿ ਸਾਨੂੰ ਰੱਬ ਨੇ ਅਹਿਸਾਸ ਦਵਾ ਦਿੱਤਾ ਹੈ, ਕਿਉਂਕਿ ਇਨਸਾਨ ਜਿਹੜਾ ਸੀ ਨਾ ਉਹ ਆਪਣੀ ਵਿਦਵਤਾ ਦੇ ਉੱਤੇ ਬਹੁਤ ਵੱਡਾ ਹੰਕਾਰ ਕਰਨ ਲੱਗ ਪਿਆ ਸੀ। ਤੇ ਇਸ ਹਉਮੈ ਹੰਕਾਰ ਦੇ ਵਿੱਚ ਦੂਸਰੇ ਨੂੰ ਬੰਦੇ ਨੂੰ ਬੰਦਾ ਨਹੀਂ ਸੀ ਸਮਝ ਰਿਹਾ, ਤੇ ਨਾਲ ਹੀ ਨਾਲ ਰੱਬ ਦੀ ਉਸ ਕੁਦਰਤ ਦੇ ਨਾਲ ਜੋ ਖਿਲਵਾੜ ਕਰ ਰਿਹਾ ਸੀ, ਜੋ ਭੱਖ ਖਾ ਰਿਹਾ ਸੀ। ਸੋ ਇਹ ਸਾਰੇ ਸਾਡੀ ਕਰਨੀ ਦੇ ਨਤੀਜੇ ਨੇ। ਮਹਾਰਾਜ ਇਹ ਵੀ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਦੱਦਾ ਦੋਸ ਨਾ ਦੇਹੂੰ ਕਿਸੇ, ਦੋਸ ਕਰਮਾਂ ਆਪਣਿਆਂ ਜੋ ਮੈਂ ਕੀਹਾ ਸੋ ਮੈਂ ਪਾਇਆ, ਦੋਸ ਨਾ ਦੀਜੈ ਆਵਰਜਨ। ਸੋ ਬਿਲਕੁਲ ਅਸੀਂ ਉਲਾਮਾ ਨਹੀਂ ਦੇ ਸਕਦੇ ਮਾਲਕ ਨੂੰ, ਮਾਲਕ ਤੋਂ ਰਹਿਮਤ ਮੰਗ ਸਕਦੇ ਹਾਂ, ਰਹਿਮ ਮੰਗ ਸਕਦੇ ਹਾਂ। ਸੋ ਅੱਜ ਇਸ ਬੜਾ ਹੀ ਮੁਬਾਰਕ ਮੌਕੇ ਦੇ ਉੱਪਰ ਅਸੀਂ ਗੁਰੂ ਸਾਹਿਬ ਜੀ ਪਾਸੋਂ ਰਹਿਮਤ ਮੰਗਦੇ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸੋਝੀ ਬਖਸ਼ਣ ਤੇ ਇਸ ਮਹਾਮਾਰੀ ਤੋਂ ਦੁਨੀਆ ਨੂੰ ਨਿਜਾਤ ਦਿਵਾਉਣ। ਸੋ ਐਸੀਆਂ ਬੇਨਤੀਆਂ ਦੇ ਨਾਲ ਅਸੀਂ ਆਗਿਆ ਲੈਂਦੇ ਹਾਂ ਗੁਰੂ ਕੀ ਸੰਗਤ ਪਾਸੋਂ। ਭਾਈ ਸਾਹਿਬ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।